ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. सेखो इमिग्रेशन सर्विसेज, कैलिफोर्निया इमिग्रेशन कंसल्टेंट, रजिस्टर्ड ਅਤੇ बॉन्डेड इमिग्रेशन असिस्टेंस ਦੇ ਨਾਲ सिटीजनशिप, वर्क परमिट, प्रोसेस सर्विस, OCI कार्ड, फैमिली पिटिशन, इंडियन पासपोर्ट, इंडियन वीजा ਅਤੇ नोटरी पब्लिक ਲਈ संपर्क करो। सेखो इमिग्रेशन सर्विसेज, गुरशरण सेखो 22693 हेस्पेरियन बुलेवर्ड, स्वीट 250, हेवर्ड, कैलिफोर्निया। कॉल 5102009988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਗੇ ਚੱਲਣ ਤੋਂ ਪਹਿਲਾਂ ਦੱਸ ਦਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਸੈਟਲ ਲੋਕਲ ਏਰੀਆ ਜੌਬ ਦੇ ਲਈ। ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਤੇ ਟਰਾਂਸ ਕੈਨੇਡਾ ਚੱਲਣ ਵਾਲੇ ਵੀਰ ਜਿਹੜੇ ਹੈਗੇ ਨੇ ਉਹ ਨੰਬਰ ਨੋਟ ਕਰ ਲਓ। ਬਲਤੇਜ ਪਨੇਸਰ ਹੋਰਾਂ ਦਾ 2044592000। ਇਹਨਾਂ ਦਾ ਐਡਰੈਸ ਹੈ ਜੀ 82 ਰੇਨੋ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ। ਇੱਥੇ ਤੁਹਾਨੂੰ ਸੈਮੀ ਤੇ ਟ੍ਰੇਲਰ ਦੇ ਤਮਾਮ ਕੰਮ ਕਰਕੇ ਦਿੱਤੇ ਜਾਂਦੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਵੈਸੇ ਤਾਂ ਆਮ ਤੌਰ 'ਤੇ ਸਿਆਣੇ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਘਰ ਦੀ ਲੜਾਈ ਚੁੱਲ੍ਹੇ 'ਤੇ ਨਿਬੇੜ ਲਈਏ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ। ਬਿਲਕੁਲ। ਅਤੇ ਜੇ ਕਹਿੰਦੇ ਬੂਹਾ ਇੱਕ ਵਾਰੀ ਲੰਘ ਜੇ ਤਾਂ ਫਿਰ ਤਾਂ ਲੋਕ ਵੀ ਨਹੀਂ ਟਿਕਣ ਦਿੰਦੇ ਹੁੰਦੇ। ਹੁਣ ਰਾਵਤ ਨੇ ਨਸੀਹਤ ਦਿੱਤੀ ਹੈ ਜੀ, ਵੈਸੇ ਤਾਂ ਸਾਰੇ ਕਾਂਗਰਸੀਆਂ ਨੂੰ ਦਿੱਤੀ ਹੈ, ਖਾਸ ਕਰਕੇ ਕੱਲ੍ਹ ਆਏ ਸੀਗੇ ਅਤੇ ਕੱਲ੍ਹ ਕਿਹਨੂੰ ਹੋਰ ਨਸੀਹਤ ਦੇ ਗਏ? ਦੇਖੋ, ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਹੈ ਜੀ, ਔਰ ਆਸ਼ਾ ਕੁਮਾਰੀ ਪਹਿਲਾਂ ਪੰਜਾਬ ਦੀ ਇੰਚਾਰਜ ਹੁੰਦੀ ਸੀ ਜੀ, ਲੇਕਿਨ ਆਸ਼ਾ ਕੁਮਾਰੀ ਨੂੰ ਇੱਕਦਮ ਹਟਾ ਕੇ ਤੇ ਉਹਦੀ ਥਾਂ ਦੇ ਉੱਤੇ ਲਾ ਦਿੱਤਾ ਸੀ ਹਰੀਸ਼ ਰਾਵਤ ਨੂੰ ਜੀ। ਹਰੀਸ਼ ਰਾਵਤ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹੈ ਜੀ, ਵੱਡੇ ਲੀਡਰ ਹੈ। ਅਤੇ ਜੇ ਆਪਾਂ ਇਹ ਕਹਿ ਦਈਏ ਕਿ ਵੱਡੇ ਬੰਦਿਆਂ ਨੂੰ ਮਤਲਬ ਇਹਨਾਂ ਨੇ ਨੱਕ ਨਾਲ ਚਨੇ ਚਬਾਉਣ ਵਾਲੀ ਗੱਲ ਕੀਤੀ ਹੈ।
ਨਾਰਾਇਣ ਦੱਤ ਤਿਵਾੜੀ ਜਿਹਨੂੰ ਐਨਡੀ ਤਿਵਾੜੀ ਵਜੋਂ ਜਾਣਿਆ ਜਾਂਦਾ ਹੈ, ਜੀ ਕਿਸੇ ਜ਼ਮਾਨੇ ਦਾ ਬਹੁਤ ਵੱਡਾ ਲੀਡਰ ਹੁੰਦਾ ਸੀ। ਬਿਲਕੁਲ 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 ਜੇ ਆਪਾਂ ਉਹਨੂੰ ਕਹੀਏ ਪੰਡਿਤ ਨਹਿਰੂ ਦੇ ਯੁੱਗ ਦਾ ਉਹ ਬੰਦਾ ਸੀ। ਜੀ ਤੇ ਇੰਦਰਾ ਗਾਂਧੀ ਦਾ ਜਿਸ ਵੇਲੇ ਕਲੇਸ਼ ਪਿਆ ਹੈ ਹੂੰ ਸਿੰਡੀਕੇਟ ਵਾਲਿਆਂ ਨਾਲ, ਜੀ ਔਰ ਉਸ ਕਲੇਸ਼ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਆ ਗਈ ਸੀ। ਹੂੰ ਸਿੰਡੀਕੇਟ ਵਾਲਿਆਂ ਨੇ ਫੈਸਲਾ ਕਰ ਲਿਆ ਕਿ ਰਾਸ਼ਟਰਪਤੀ ਕਿਹਨੂੰ ਬਣਾਇਆ ਜਾਵੇ, ਜੀ ਤੇ ਉਹਨਾਂ ਨੇ ਨੀਲਮ ਸੰਜੀਵਾ ਰੈਡੀ ਨੂੰ ਕਾਂਗਰਸ ਪਾਰਟੀ ਦਾ ਅਧਿਕਾਰਤ ਕੈਂਡੀਡੇਟ ਬਣਾ ਦਿੱਤਾ। ਹੂੰ ਇੰਦਰਾ ਗਾਂਧੀ ਦੀ ਇੱਛਾ ਦੇ ਉਲਟਾ ਆਇਆ ਸੀ। ਜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਹੂੰ ਤੇ ਇੰਦਰਾ ਗਾਂਧੀ ਨੇ ਬਗਾਵਤ ਕਰਕੇ ਪਾਰਟੀ ਤੋਂ ਜੀ ਵੀਵੀ ਗਿਰੀ ਨਾਂ ਦੇ ਇੱਕ ਸ਼ਖਸ ਨੂੰ, ਜਿਹੜਾ ਇੱਕ ਟ੍ਰੇਡ ਯੂਨੀਅਨਿਸਟ ਸੀ, ਉਹਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਲਿਆ। ਉਹ ਉਮੀਦਵਾਰ ਜਿੱਤ ਗਿਆ। ਹੂੰ ਕਹਾਣੀ ਬੜੀ ਲੰਬੀ ਚੌੜੀ ਹੈ, ਪਰ ਮੈਂ ਜਦੋਂ ਗਿਆਨੀ ਜੈਲ ਸਿੰਘ ਹੋਰਾਂ ਨੂੰ ਰਾਸ਼ਟਰਪਤੀ ਬਣਾਇਆ ਨਾ ਦੇਸ਼ ਦਾ, ਜੀ ਉਸ ਵੇਲੇ ਇੰਡੀਆ ਟੂਡੇ ਦੇ ਵਿੱਚ ਇੱਕ ਸਟੋਰੀ ਪੜ੍ਹੀ ਸੀ। ਹੂੰ ਇੰਡੀਆ ਟੂਡੇ ਵਾਲਿਆਂ ਨੇ ਆਪਣੇ ਕਵਰ ਪੇਜ ਦੇ ਉੱਤੇ ਫੋਟੋ ਲਾਈ ਸੀ ਰਾਸ਼ਟਰਪਤੀ ਭਵਨ ਦੀ, ਜੀ ਤੇ ਦੋ ਕੈਂਡੀਡੇਟ ਉਹਨਾਂ ਨੇ ਜਿਹੜੇ ਹੈਗੇ ਹੈ ਹੂੰ ਉਹ ਦਰਸਾਏ ਸੀ ਕਿ ਇਹਨਾਂ ਦੋਨਾਂ ਚੋਂ ਇੱਕ ਬੰਦਾ ਉਮੀਦਵਾਰ ਹੋ ਸਕਦਾ ਹੈ। ਜੀ ਨੰਬਰ 1 ਦੇ ਉੱਤੇ ਸੀਗਾ ਐਨਡੀ ਤਿਵਾੜੀ, ਅੱਛਾ ਜੀ ਤੇ ਨੰਬਰ 2 ਦੇ ਉੱਤੇ ਸੀ ਗਿਆਨੀ ਜੈਲ ਸਿੰਘ। ਹੂੰ ਐਨਡੀ ਤਿਵਾੜੀ ਕਿਉਂ ਜੀ ਰਾਸ਼ਟਰਪਤੀ ਬਣ ਸਕਦਾ ਹੈ, ਹੂੰ ਇਹਦਾ ਇੱਕ ਕਾਰਨ ਦੱਸਿਆ ਸੀ ਅੱਛਾ ਜੀ ਇੰਡੀਆ ਟੂਡੇ ਵਾਲਿਆਂ ਨੇ ਵੀ ਜਦੋਂ ਸਵਾਲ ਇਹ ਪੈਦਾ ਹੋ ਗਿਆ ਕਿ ਇਲੈਕਸ਼ਨ ਜਿੱਤਾਂਗੇ ਕਿਵੇਂ। ਹੂੰ ਤਿਵਾੜੀ ਉਸ ਵੇਲੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੁੰਦਾ ਸੀ। ਅੱਛਾ ਜੀ ਇੰਦਰਾ ਗਾਂਧੀ ਨੇ ਉਹਨੂੰ ਫੋਨ ਕੀਤਾ ਵੀ ਤੁਸੀਂ ਮੇਰੇ ਕੈਂਡੀਡੇਟ ਬੀਵੀ ਗਿਰੀ ਦੀ ਮਦਦ ਕਰੋ। ਹੂੰ ਤੇ ਉਹਨੇ ਅੱਗੋਂ ਕਿਹਾ ਵੀ ਮੈਡਮ ਬੀਵੀ ਗਿਰੀ ਤੇਰਾ ਕੈਂਡੀਡੇਟ ਹੈ, ਲੇਕਿਨ ਕਾਂਗਰਸ ਪਾਰਟੀ ਦਾ ਕੈਂਡੀਡੇਟ ਨਹੀਂ ਨਾ। ਜੀ ਜੀ ਕਾਂਗਰਸ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਦਾ ਕੈਂਡੀਡੇਟ ਜਿਹੜਾ ਹੈਗਾ ਉਹ ਤਾਂ ਨੀਲਮ ਸੰਜੀਵਾ ਰੈਡੀ ਹੈ, ਹੂੰ ਔਰ ਮੈਂ ਆਰਗੇਨਾਈਜੇਸ਼ਨ ਨੂੰ ਕਮਿਟਡ ਹਾਂ। ਜੀ ਬਿਲਕੁਲ ਮੈਂ ਆਰਗੇਨਾਈਜੇਸ਼ਨ ਦਾ ਬੰਦਾ, ਮੈਂ ਆਰਗੇਨਾਈਜੇਸ਼ਨ ਤੋਂ ਪਾਸੇ ਕਿਵੇਂ ਜਾ ਸਕਦਾ। ਤੇ ਫਿਰ ਇੰਦਰਾ ਗਾਂਧੀ ਨੇ ਉਹਨੂੰ ਕਿਹਾ, ਕਹਿੰਦੀ ਅੰਕਲ ਇੱਕ ਗੱਲ ਸੁਣ ਲਓ, ਤੁਸੀਂ ਪੰਡਿਤ ਨਹਿਰੂ ਦੀ ਵਿਰਾਸਤ ਨੂੰ ਬਰਬਾਦ ਹੁੰਦਾ ਦੇਖਣਾ ਚਾਹੁੰਦੇ ਹੋ। ਹੂੰ ਇਹ ਲੋਕ ਜਿਹੜੇ ਹੈਗੇ ਇਹ ਰਾਈਟ ਰਿਐਕਸ਼ਨ ਦੇ ਬੰਦੇ ਹੈ, ਜੀ ਇਹ ਸੱਜ ਪਛਾਖੜੀ ਹੈ। ਇਹ ਪੰਡਿਤ ਨਹਿਰੂ ਦੀ ਜਿਹੜੀ ਸੋਚ ਹੈ ਜਾਂ ਪੰਡਿਤ ਨਹਿਰੂ ਦੀਆਂ ਜਿਹੜੀਆਂ ਪ੍ਰੋ ਪੀਪਲ ਪਾਲਿਸੀਜ਼ ਹੈ, ਜੀ ਉਹਨਾਂ ਦੇ ਉਲਟੇ ਤਾਂ ਕਾਰਪੋਰੇਟਰ ਨਹੀਂ ਹੁੰਦੇ ਸੀ, ਉਦੋਂ ਸਰਮਾਏਦਾਰ ਹੁੰਦੇ ਸੀ, ਇੰਡਸਟਰੀਅਲ ਲੌਬੀ ਹੁੰਦੀ ਸੀਗੀ, ਜਿਹੜੇ ਵੱਡੇ ਘਰਾਣੇ ਹੁੰਦੇ ਸੀ ਉਹਨਾਂ ਦੇ ਹੱਕ ਵਾਲੇ ਬੰਦੇ ਹੈ। ਕੀ ਤੁਸੀਂ ਇਹਨਾਂ ਨੂੰ ਪਾਵਰਫੁੱਲ ਹੁੰਦਾ ਦੇਖੋਗੇ? ਜੀ ਮੈਨੂੰ ਇਹਦਾ ਜਵਾਬ ਦੇ ਦਿਓ। ਹੂੰ ਤੇ ਉਹ ਕਹਿੰਦੇ ਐਨਡੀ ਤਿਵਾੜੀ ਨੇ ਕਿਹਾ ਵੀ ਬੇਟਾ ਮੈਨੂੰ ਸੋਚ ਲੈਣ ਦਿਓ ਕੁਛ। ਜੀ ਹਾਂ ਫਿਰ ਉਹ ਕਹਿੰਦੇ ਵੀ ਆਪਦੀ ਕੋਠੀ ਚੋਂ ਬਾਹਰ ਨਿਕਲਿਆ, ਹੂੰ ਲਾਨ 'ਚ ਘੁੰਮਣ ਲੱਗ ਗਿਆ। ਅੱਛਾ ਜੀ 20-25 ਮਿੰਟ ਉਹਨੇ ਆਤਮ ਮੰਥਨ ਕੀਤਾ, ਸਾਰਾ ਕੁਝ ਦੇਖਿਆ ਵੀ ਬੰਦਿਆਂ ਦੀ ਉਹਨਾਂ ਦੀ ਸੋਚ ਕੀ ਹੈ, ਹੂੰ ਉਹ ਕਿਹੜੇ ਪਾਸੇ ਨੂੰ ਜਾ ਰਹੇ ਆ, ਕਿਉਂਕਿ ਉਹ ਤਾਂ ਜਿਹੜੇ ਹੈਗੇ ਰਾਜਾਂ ਦੇ ਪ੍ਰੀਵੀ ਪਰਸ ਬੰਦ ਕੀਤੇ, ਹੂੰ 14 ਵੱਡੇ ਬੈਂਕ ਹੈ ਜਿਹੜੇ ਜਦੋਂ ਉਹਨਾਂ ਦਾ ਕੌਮੀਕਰਨ ਕੀਤਾ, ਇਹਦੇ ਖਿਲਾਫ ਸੀ ਉਹ ਸਾਰੇ ਲੋਕ। ਬਿਲਕੁਲ ਬਿਲਕੁਲ ਇਹ ਜਿਹੜੀ ਇੰਦਰਾ ਗਾਂਧੀ ਨੇ ਜਿਹੜੀ ਇਹਦੇ 'ਚ ਸਫਲਤਾ ਹਾਸਲ ਕੀਤੀ ਸੀ, ਇਹ ਖੱਬੇ ਪੱਖੀਆਂ ਦੀ ਮਦਦ ਨਾਲ ਕੀਤੀ ਸੀ। ਜੀ ਜੀ ਵੀ ਆਪਾਂ ਅੱਗੇ ਉਸ ਤੋਂ ਬਿਨਾਂ ਤਾਂ ਹੋ ਨਹੀਂ ਉਹ ਸਕਦੀ। ਤਾਂ ਹੋ ਨਹੀਂ ਸਕਦਾ ਸੀ ਵੀ ਆਪਾਂ ਹੁਣ ਕੀ ਕਰਾਂਗੇ, ਇਹਦੇ 'ਚ ਕੀ ਕਰੀਏ। ਅਲਟੀਮੇਟਲੀ 15-20 ਮਿੰਟਾਂ ਬਾਅਦ ਉਹਨੇ ਰਿੰਗ ਬੈਕ ਕੀਤੀ ਹੂੰ ਤੇ ਉਹਨੇ ਕਹਿਤਾ ਕਿ ਬੀਬਾ ਮੈਂ ਤੇਰੇ ਨਾਲ ਹਾਂ। ਜੀ ਔਰ ਉਦੋਂ ਜਿਹੜੇ ਹੈਗੇ ਆ ਤੁਹਾਡੇ ਮਿਸਟਰ ਵੀਵੀ ਗਿਰੀ ਜੇ ਰਾਸ਼ਟਰਪਤੀ ਬਣੇ ਸੀ, ਜੀ ਜੀ ਤਾਂ ਉਹਦੀ ਮਦਦ ਨਾਲ ਬਣੇ ਸੀ। ਲੇਕਿਨ ਬਾਅਦ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਇੰਦਰਾ ਗਾਂਧੀ ਨੂੰ ਆਪਣਾ ਬਹੁਤ ਜ਼ਿਆਦਾ ਵੱਡਾ ਫਰਮਾਬਰਦਾਰ ਚਾਹੀਦਾ ਸੀ, ਜੀ ਤੇ ਉਹਦੇ 'ਚ ਗਿਆਨੀ ਜੈਲ ਸਿੰਘ ਉਹਨੂੰ ਇਹ ਅਹਿਸਾਸ ਕਰਾਉਣ 'ਚ ਕਾਮਯਾਬ ਹੋ ਗਿਆ ਕਿ ਮੈਥੋਂ ਵੱਡਾ ਤੁਹਾਡਾ ਕੋਈ ਤਾਬਿਆਦਾਰ ਨਹੀਂ ਹੋ ਸਕਦਾ। ਤੇ ਦਾਨੇਵਾਲੀਆ ਸਾਹਿਬ ਤੁਸੀਂ ਯਾਦ ਕਰੋ, ਜੇ ਤੁਹਾਡੇ ਯਾਦ ਹੋਵੇ, ਸ਼ਾਇਦ ਤੁਸੀਂ ਉਦੋਂ ਪੜ੍ਹਿਆ, ਮੇਰੇ ਖਿਆਲ ਤੁਸੀਂ ਛੋਟੇ ਹੋਵੋਗੇ, ਉਦੋਂ ਗਿਆਨੀ ਜੈਲ ਸਿੰਘ ਨੇ ਇੱਕ ਗੱਲ ਕਹੀ ਸੀਗੀ ਕਿ ਮੈਂ ਰੋਜ਼ ਰਾਸ਼ਟਰਪਤੀ ਬਣਨ ਤੋਂ ਬਾਅਦ ਰਾਸ਼ਟਰਪਤੀ ਭਵਨ 'ਚੋਂ ਉੱਠ ਕੇ ਮੈਂ ਇੰਦਰਾ ਗਾਂਧੀ ਦੀ ਕੋਠੀ ਦੇ ਵਿੱਚ ਝਾੜੂ ਵੀ ਮਾਰ ਸਕਦਾ। ਦੱਸੋ ਇਦੋਂ ਨੀਵੀਂ ਗੱਲ ਇਦੋਂ ਨੀਵਾਂਪਨ ਕੀ ਹੋ ਸਕਦਾ। ਤੇ ਜਿਹੋ ਜਿਹਾ ਬੰਦਾ ਚਾਹੀਦਾ ਸੀ ਇੰਦਰਾ ਗਾਂਧੀ ਨੇ ਉਹਨੂੰ ਰਾਸ਼ਟਰਪਤੀ ਬਣਾ ਲਿਆ। ਹੁਣ ਮਿਲ ਗਏ ਹੋ ਠੀਕ ਹੈ, ਆਪਾਂ ਇਹਨਾਂ ਨੂੰ ਰੋਂਦੇ ਹਾਂ, ਪਹਿਲਾਂ ਵੀ ਇਹੋ ਜਿਹੇ ਸੀ, ਚੱਲਦਾ ਹੀ ਹੁੰਦਾ, ਦਸਤੂਰੀ ਹੈ ਇਹ, ਦਸਤੂਰੀ ਹੈ। ਹਾਂ, ਉਹ ਜਦੋਂ ਚੱਲਦਾ ਉਹ ਬਣ ਗਿਆ। ਤੇ ਇਹ ਹੁਣ ਜੇ ਆਪਾਂ ਦੇਖੀਏ ਤੇ ਇਹ ਜਿਹੜਾ ਆਪਣਾ ਤੁਹਾਡਾ ਹਰੀਸ਼ ਰਾਵਤ ਹੈ, ਜੀ ਜੀ ਹਰੀਸ਼ ਰਾਵਤ ਨੇ ਉਸ ਐਨਡੀ ਤਿਵਾੜੀ ਨੂੰ ਅਸਫਲ ਕੀਤਾ ਸੀ। ਉਹਦੀ ਥਾਂ ਦੇ ਉੱਤੇ ਇਹ ਬੰਦਾ ਉੱਤਰਾਖੰਡ ਦਾ ਮੁੱਖ ਮੰਤਰੀ ਬਣਨ 'ਚ ਕਾਮਯਾਬ ਹੋ ਗਿਆ ਸੀ। ਪਰ ਸਮੇਂ ਦੇ ਨਾਲ ਨਾਲ ਬੰਦਾ ਕੁਛ ਪੋਲਾ ਪੈ ਜਾਂਦਾ ਹੈ। ਹੁਣ ਇਹਨੂੰ ਪੰਜਾਬ ਦਾ ਇੰਚਾਰਜ ਲਾਤਾ। ਅੱਛਾ ਜੀ ਇੰਚਾਰਜ ਦੇ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਇਹ ਅਸਫਲ ਹੋਇਆ, ਸਫਲ ਨਹੀਂ ਹੋਇਆ, ਕਿਉਂਕਿ ਜਿਹੜਾ ਫਰਮ ਸਟੈਂਡ ਹੈ ਬੰਦੇ ਦਾ ਉਹ ਹੈ ਨਹੀਂ, ਉਹ ਹੈ ਨਹੀਂ ਪਹਾੜੀਆਂ ਵਾਲਾ ਸਟੈਂਡ, ਪਹਾੜੀਆਂ ਵਾਲਾ ਸਟੈਂਡ ਹੈ। ਕਦੇ ਤਾਂ ਕਹਿ ਦਿੰਦਾ ਜੀ ਅਗਲੀ ਚੋਣ ਜਿਹੜੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੀ ਜਾਊ, ਤੇ ਜੇ ਪ੍ਰਗਟ ਸਿੰਘ ਕਹਿ ਦਿੰਦਾ ਵੀ ਇਹ ਕਿੱਥੇ ਫੈਸਲਾ ਹੋਇਆ ਜੀ, ਖੜਗੇ ਕਮੇਟੀ ਕੋਲੇ ਜਿਹੜੇ ਲੋਕ ਪੇਸ਼ ਹੋਏ ਆ ਉਹਨਾਂ ਨੇ ਜੋ ਕੁਝ ਕਿਹਾ ਉਹਦੇ ਆਧਾਰ ਦੇ ਉੱਤੇ ਜੋ ਉਹਨਾਂ ਨੇ ਰਿਪੋਰਟ ਤਿਆਰ ਕੀਤੀ, ਹਾਂਜੀ ਹਾਂਜੀ, ਉਹ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਜਿਹੜੀ ਅਗਲੀ ਚੋਣ ਹੈ ਉਹ
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੀ ਜਾਊ ਤੇ ਕੈਪਟਨ ਅਮਰਿੰਦਰ ਸਿੰਘ ਦਾ 10 ਕਿਹੜੀ ਕਮੇਟੀ ਦੇ ਵਿੱਚ ਫੈਸਲਾ ਹੋਇਆ ਜੀ, ਤੇ ਫਿਰ ਨਾਲ ਦੀ ਨਾਲ ਹੀ ਕਹਿੰਦਾ ਨਹੀਂ ਰਵਾਇਤਾਂ ਦੇ ਮੁਤਾਬਕ ਅਸੀਂ ਫੈਸਲਾ ਕਰਾਂਗੇ। ਇਹ ਗੱਲ ਕਹਿ ਦਿੱਤੀ। ਲੋਕ ਟੁੱਟ ਕੇ ਪੈਣ ਲੱਗੇ ਵਿਰੋਧ ਵਾਲੇ। ਹੁਣ ਇੱਕ ਪਾਸੇ ਵਿਰੋਧ ਵਾਲੇ ਟੁੱਟ ਕੇ ਪੈ ਜਾਂਦੇ ਆ, ਦੂਜੇ ਪਾਸੇ ਜਿਹੜਾ ਅਮਰਿੰਦਰ ਸਿੰਘ ਵੀ ਛੇਤੀ ਕਿਤੇ ਥੜੇ ਨਹੀਂ ਚੜਨ ਦਾ। ਇਹਨਾਂ ਹਾਲਾਤਾਂ ਦੇ ਵਿੱਚ ਹੁਣ ਕਿਉਂਕਿ ਇਸ ਵੇਲੇ ਦੀ ਸਥਿਤੀ ਜਿਹੜੀ ਹੈਗੀ ਉਹ ਬੜੀ ਡਾਮਾਡੋਲ ਹੈ। ਸਿੱਧੂ ਕੈਂਪ ਲਾ ਲਓ ਜਾਂ ਸਿੱਧੂ ਨੇ, ਮੈਂ ਸਿੱਧੂ ਕੈਂਪ ਨਹੀਂ ਕਹੂੰਗਾ, ਮੈਂ ਕਹੂੰਗਾ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਟਕਸਾਲੀ ਬੰਦੇ ਹੈ, ਟਕਸਾਲੀ ਬੰਦੇ ਨੂੰ ਥੋੜਾ ਜਿਹਾ ਅਹਿਸਾਸ ਹੋਇਆ ਕਿਉਂਕਿ ਜਿਹੜੀ ਇਹਨਾਂ ਨੇ ਇੱਕ ਤਾਲਮੇਲ ਕਮੇਟੀ ਬਣਾਈ ਹੈ, ਉਸ ਤਾਲਮੇਲ ਕਮੇਟੀ ਦੇ ਵਿੱਚ ਸਿੱਧੂ ਤਾਂ ਹੁਣੇ ਹੀ ਹੋਣਾ ਸੀ, ਕੈਪਟਨ ਨੇ ਵੀ ਹੋਣਾ ਸੀ, ਪ੍ਰਧਾਨਗੀ ਉਹਨੇ ਕਰਨੀ ਹੈ, ਪ੍ਰਗਟ ਸਿੰਘ ਵੀ ਪਾ ਲਿਆ। ਪ੍ਰਗਟ ਸਿੰਘ ਦੇ ਨਾਲ ਜਿਹੜੇ ਹੈਗੇ ਆ ਦੂਜੇ 4 ਵਰਕਿੰਗ ਪ੍ਰੈਜ਼ੀਡੈਂਟ ਉਹ ਵੀ ਪਾ ਲਏ। ਲੇਕਿਨ ਮੰਤਰੀਆਂ ਦੇ ਵਿੱਚੋਂ ਕੌਣ ਪਾਇਆ? ਮੰਤਰੀਆਂ ਦੇ ਵਿੱਚੋਂ ਪਾ ਲਿਆ ਵਰੁਣ ਮਹਿੰਦਰਾ, ਮੰਤਰੀਆਂ ਦੇ ਵਿੱਚੋਂ ਪਾ ਲਿਆ ਮਨਪ੍ਰੀਤ ਸਿੰਘ ਬਾਦਲ, ਤੇ ਨਾ ਤਾਂ ਇਹਦੇ 'ਚ ਤ੍ਰਿਪਤ ਰਜਿੰਦਰ ਬਾਜਵਾ ਹੈ, ਨਾ ਇਹਦੇ 'ਚ ਸੁਖੀ ਰੰਧਾਵਾ ਹੈ, ਨਾ ਇਹਦੇ 'ਚ ਚਰਨਜੀਤ ਚੰਨੀ ਹੈ। ਤੇ ਜੇ ਸਹੀ ਮੈਨੇ 'ਚ ਦੇਖੀਏ ਆਪਾਂ ਗੱਲ ਦੀ ਲੜਾਈ ਦੀ ਸ਼ੁਰੂਆਤ ਤਾਂ ਸੁਖੀ ਰੰਧਾਵੇ ਨੇ ਕੀਤੀ ਹੈ। ਜਦੋਂ ਮੀਟਿੰਗ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਆਪਣੀ, ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਪਾੜਤਾ ਸੀ। ਲੜਾਈ ਤਾਂ ਉੱਥੋਂ ਸ਼ੁਰੂ ਹੋਈ ਹੈ। ਜਿਹੜੇ ਲੜਾਈ ਲੜਨ ਵਾਲੇ ਉਹ ਪਾਸੇ ਰਹਿ ਗਏ ਤੇ ਜਿਹੜੇ ਹੈਗੇ ਵਰਕਿੰਗ ਪ੍ਰੈਜ਼ੀਡੈਂਟ ਬਣ ਗਏ, ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਤੇ ਪ੍ਰਗਟ ਸਿੰਘ ਬਣ ਗਿਆ, ਰਹਿ ਗਿਆ ਭਾਈ ਉਹ। ਔਰ ਜਿਹੜੀ ਪਿਛਲੇ ਦਿਨਾਂ 'ਚ ਬਗਾਵਤ ਹੋਈ ਹੈ ਉਸ ਬਗਾਵਤ ਦਾ ਕਾਰਨ ਕਿ ਇਹ ਵੀ ਸੀ, ਇਹ ਨਹੀਂ ਕਹਿ ਸਕਦੇ ਕਿ 100% ਉਹਦੇ 'ਚ ਸਹਿਮਤੀ ਸੀਗੀ ਨਵਜੋਤ ਸਿੱਧੂ ਦੀ। ਨਵਜੋਤ ਸਿੱਧੂ ਨੂੰ ਉਹਨਾਂ ਦੇ ਨਾਲ ਤੁਰਨਾ ਪੈ ਗਿਆ। ਉਹਨਾਂ ਦੀ ਇੱਕ ਆਪਣੀ ਜਿਹੜੀ ਹੈਗੀ ਆਈਡੈਂਟੀਟੀ ਦਾ ਸਵਾਲ ਆ ਗਿਆ ਕਿ ਸਾਨੂੰ ਤਾਂ ਕੋਈ ਪੁੱਛਦਾ ਨਹੀਂ, ਉਹ ਆਪਣੀ ਬਣਾਉਣ ਲੱਗੇ। ਹੁਣ ਉਹ ਆਇਆ ਇੱਥੇ ਆ ਕੇ ਵੀ ਜਿਹੜੀ ਉਹਨੇ ਗੱਲ ਕੀਤੀ ਹੈ, ਉਹਨੇ ਗੱਲ ਕੀਤੀ ਹੈ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨਾਲ। ਪ੍ਰਗਟ ਸਿੰਘ ਵਿੱਚ ਬੈਠਾ ਹੈ, ਨਵਜੋਤ ਸਿੰਘ ਸਿੱਧੂ ਬੈਠਾ ਹੈ। ਲੰਬੀ ਚੌੜੀ ਮੀਟਿੰਗ ਹੋਈ ਹੈ, ਕਹਿੰਦੇ ਜੀ 2 ਘੰਟੇ ਤੱਕ ਮੀਟਿੰਗ ਹੁੰਦੀ ਰਹੀ ਹੈ। ਪੰਜਾਬ ਭਵਨ 'ਚ ਠਹਿਰੇ ਸੀ ਆ ਕੇ, ਪੰਜਾਬ ਭਵਨ 'ਚੋਂ ਲੈ ਕੇ ਆਏ ਉਹਨਾਂ ਨੂੰ ਕੁਲਜੀਤ ਨਾਗਰਾ ਤੇ ਪ੍ਰਗਟ ਸਿੰਘ, ਉੱਥੇ ਲੈ ਜਾ ਕੇ ਗੱਲਬਾਤ ਕੀਤੀ ਹੈ। ਵੱਖ-ਵੱਖ ਅਖਬਾਰਾਂ ਨੇ ਵੱਖ-ਵੱਖ ਖਬਰਾਂ ਲਾਈਆਂ, ਕਿਸੇ ਨੇ ਕੁਛ ਲਾਤੀ, ਕਿਸੇ ਨੇ ਕੁਛ ਲਾਤੀ, ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਆਪਾਂ ਨੂੰ ਅਖਬਾਰ ਦੀ ਕ੍ਰੈਡੀਬਿਲਿਟੀ ਤੇ ਵੀ ਤੇ ਹੁਣ ਪੱਤਰਕਾਰ ਦੀ ਕ੍ਰੈਡੀਬਿਲਿਟੀ ਵੀ ਦੇਖਣੀ ਪੈਂਦੀ ਹੈ ਕਿ ਖਬਰ ਕਿਹੜੇ ਪੱਤਰਕਾਰ ਦੀ ਹੈ। ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਰਿਪੋਰਟ ਹੈ ਨਾ, ਜੋ ਰਿਪੋਰਟ ਇਹ ਦਰਸਾਉਂਦੀ ਹੈ ਕਿ ਉਹਨੇ ਇੱਕ ਨਸੀਹਤ ਦਿੱਤੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਮਤਭੇਦ ਹੈ, ਇਹਨਾਂ ਮਤਭੇਦਾਂ ਨੂੰ ਪਾਰਟੀ ਦੇ ਅੰਦਰ ਹੀ ਰੱਖੋ। ਇਹਨਾਂ ਦੀ ਗੱਲਬਾਤ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਕਰੋ, ਜਨਤਕ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਇਹਨਾਂ ਨੂੰ ਜ਼ਾਹਰ ਨਾ ਕਰੋ। ਕਿਉਂਕਿ ਆਮ ਤੌਰ ਤੇ ਕੀ ਗੱਲ ਹੁੰਦੀ ਹੈ, ਤੁਸੀਂ ਦੇਖੋ ਨਾਲ ਦੀ ਨਾਲ ਹੀ ਨਵਜੋਤ ਸਿੰਘ ਸਿੱਧੂ ਟਵੀਟ ਕਰ ਦਿੰਦਾ ਉਹ ਜੋ ਟਵੀਟ ਕਰਨ ਦਾ ਟਵੀਟ ਪਬਲਿਕ ਦੇ ਵਿੱਚ ਆ ਜਾਂਦਾ ਹੈ, ਔਰ ਨਾਲ ਦੀ ਨਾਲ ਅਖਬਾਰਾਂ ਵਾਲਿਆਂ ਨੂੰ ਖਬਰ ਮਿਲ ਜਾਂਦੀ ਹੈ। ਉਹ ਤਾਂ ਮਿਲਣੀ ਭਾਲਦੇ ਹੀ ਹੁੰਦੇ, ਉਹਨਾਂ ਨੇ ਆਪਣਾ ਜਿਹੜਾ ਹੈਗਾ ਜੀ ਪੂਰਾ ਮਿਰਚ ਮਸਾਲਾ ਲਾ ਕੇ ਤੇ ਸਾਰਾ ਪੇਸ਼ ਕਰਦੇ ਨੇ। ਉਹਦੇ ਨਾਲ ਹੁਣ ਇਉਂ ਲੱਗਦੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਵੱਡੇ ਦੁਸ਼ਮਣ ਨੇ। ਅਮਰਿੰਦਰ ਸਿੰਘ ਬੋਲਦਾ ਨਹੀਂ, ਉਹ ਬੋਲਦਾ ਕਿਸੇ ਖਾਸ ਮੁੱਦੇ ਦੇ ਉੱਤੇ, ਪਰ ਉਹ ਜਦੋਂ ਬੋਲਦਾ ਉਹਦੇ ਬੋਲਣ ਦੇ ਵੀ ਕੋਈ ਅਰਥ ਹੁੰਦੇ। ਜਿੱਥੋਂ ਤੱਕ ਆਪਾਂ ਦੇਖੀਏ ਨਵਜੋਤ ਸਿੰਘ ਸਿੱਧੂ ਉਹ ਚੁੱਪ ਹੀ ਨਹੀਂ ਕਰਦਾ, ਉਹ ਬੋਲਣੋਂ ਹਟਦਾ ਹੀ ਨਹੀਂ, ਉਹ ਬੋਲੀ ਜਾਂਦਾ। ਬੋਲਣ ਤੋਂ ਭਾਵੇਂ ਨਹੀਂ ਕਿ ਇਕੱਲਾ ਉਹ ਮੂੰਹ ਨਾਲ ਬੋਲਦਾ ਹੈ, ਉਹ ਟਵੀਟ ਵਾਲੇ ਪਾਸੇ ਵੀ ਬੋਲਦਾ ਹੈ। ਹੁਣ ਲੋਕਾਂ ਨੂੰ ਟਵੀਟ ਨਹੀਂ ਚਾਹੀਦੇ, ਲੋਕਾਂ ਨੂੰ ਇਹ ਚਾਹੀਦੇ ਥਾਲੀ 'ਚ ਕੀ ਪਰੋਸ ਕੇ ਦੇਣੇ, ਥਾਲੀ 'ਚ ਸਾਨੂੰ ਕੀ ਪਰੋਸ ਕੇ ਦੇਣੇ। ਉਹ ਹੁਣ ਇਹ ਗੱਲ ਕਹਿੰਦੇ ਸਰਕਾਰ ਤਾਂ ਕਾਂਗਰਸ ਪਾਰਟੀ ਦੀ ਹੈ ਕਿ ਸਾਡੀ ਸਰਕਾਰ ਬਣ ਦਿਓ, ਫਿਰ ਤੁਸੀਂ ਦੇਖੋ। ਹੁਣ ਸਰਕਾਰ ਤੁਹਾਡੀ ਕਦੋਂ ਬਣੀ, ਬਣੇ ਨਾ ਬਣੇ, ਜਿਹੜੇ ਤੁਹਾਡੇ ਚੱਜ ਹੈ ਤੁਹਾਡੇ ਦੋਨਾਂ ਤਰ੍ਹਾਂ ਦੇ, ਉਹ ਚੱਜ ਤਾਂ ਤੁਹਾਡੇ ਸਰਕਾਰ ਬਣਾਉਣ ਵਾਲੇ ਹੈ ਨਹੀਂ। ਸੁਖਬੀਰ ਸਿੰਘ ਬਾਦਲ 100 ਦਿਨਾਂ ਦਾ ਪ੍ਰੋਗਰਾਮ ਬਣ ਕੇ ਬਾਹਰ ਨਿਕਲਿਆ ਫਿਰਦਾ, ਉਹਨੇ ਆਪਣੇ ਕੈਂਡੀਡੇਟ ਵੀ ਡਿਕਲੇਅਰ ਕਰਨੇ ਸ਼ੁਰੂ ਕਰ ਦਿੱਤੇ ਹਰ ਥਾਂ ਤੇ ਜਾਂਦੇ। ਤੇ ਇਹਨਾਂ ਦਾ ਤਾਂ ਅਜੇ ਤੱਕ ਇਹ ਨਹੀਂ ਪਤਾ ਵੀ ਕਿਹੜਾ ਕਿੱਥੋਂ ਲੜੂ ਕਿੱਥੋਂ ਨਹੀਂ ਲੜੂ। ਉਹੀ ਹਾਲ ਆਮ ਆਦਮੀ ਪਾਰਟੀ, ਉਹੀ ਆਮ ਆਦਮੀ ਨਾ ਹੁਣ ਤੁਸੀਂ ਉਹ ਦੇਖੋ, ਉਹਨਾਂ ਨੇ ਕਹਿ ਦਿੱਤਾ ਆਪਣੇ ਨੇ, ਪਰਨੀਤ ਕੌਰ ਨੇ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਲੜੂਗਾ ਪਟਿਆਲੇ ਤੋਂ। ਕੈਪਟਨ ਅਮਰਿੰਦਰ ਸਿੰਘ ਚੋਣ ਲੜੂਗਾ, ਫੈਸਲਾ ਤਾਂ ਜੇ ਉੱਪਰੋਂ ਕਰਨਾ, ਪਰ ਉਹਦੀ ਸੀਟ ਤਾਂ ਉਹ ਇਸ ਗੱਲ ਤੇ ਰੌਲਾ ਪਈ ਜਾਂਦਾ ਵੀ ਪਟਿਆਲੇ ਤੋਂ ਕੋਈ ਕਹਿੰਦਾ ਜੀ ਫਿਰ ਮੈਂ ਵੀ ਹੈਗਾ ਬੱਚੇ ਕਹਿੰਦੇ ਉਹ ਖਰੜ ਨੂੰ ਵੀ ਹੋਏ ਖੜੇ ਆ। ਇਹ ਵੀ ਚਰਚਾ ਵੀ ਕੈਪਟਨ ਅਮਰਿੰਦਰ ਸਿੰਘ ਖਰੜ ਦੇ ਨੇੜੇ ਵੀ ਤੁਰੇ ਫਿਰਦੇ, ਸੀਸਮਾ ਫਾਰਮ ਆ ਗਿਆ ਉਧਰ। ਸੀਸਮਾ ਫਾਰਮ ਆਵੇ ਨਾ ਆਵੇ, ਉਹ ਤਾਂ ਇਹ ਗੱਲ ਹੈ ਵੀ ਆਫਟਰ ਆਲ ਮੁੱਖ ਮੰਤਰੀ ਨੇ ਜੇ ਚੋਣ ਲੜਨੀ ਹੈ ਤਾਂ ਜਿੱਥੇ ਕਹੂਗਾ ਹਾਈ ਕਮਾਂਡ ਉਹਨੂੰ ਉੱਥੇ ਹੀ ਲੜਾਊਗੀ। ਹਾਂਜੀ ਠੀਕ ਹੈ, ਪਰ ਵੈਸੇ ਜਿਹੜਾ ਹੈਗਾ ਸਿਧਾਂਤ ਇਹੋ ਹੀ ਹੈ ਕਿ ਜਿੱਥੇ ਤੁਸੀਂ ਲੋਕਾਂ ਨੂੰ ਸਰਵ ਕੀਤਾ, ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ, ਦੁਬਾਰਾ ਉੱਥੋਂ ਹੀ ਲੋਕਾਂ ਦਾ ਤੁਸੀਂ ਵਿਸ਼ਵਾਸ ਹਾਸਲ ਕਰੋ। ਇਵੇਂ ਜਿਵੇਂ ਜੇ ਆਪਾਂ ਦੇਖੀਏ ਤਾਂ ਕੱਲ ਇੱਕ ਰੈਲੀ ਹੁੰਦੀ ਹੈ ਜੀ ਮਾਝੇ 'ਚ, ਤੇ ਮਾਝੇ ਵਾਲੀ ਰੈਲੀ ਦੇ ਵਿੱਚ ਕੱਲ ਸਾਰਾ ਕੁਝ ਬਦਲਿਆ ਹੋਇਆ ਸੀ। ਅੱਛਾ, ਉਹ ਬਟਾਲੇ ਵਾਲੀ ਬਟਾਲੇ ਵਾਲੀ ਹੁਣ ਬਟਾਲੇ ਵਾਲੀ ਰੈਲੀ ਜਿਹੜੀ ਹੈਗੀ ਜੀ, ਉਹ ਰੈਲੀ ਦਾ ਕਮਾਂਡਰ ਕੌਣ ਬਣਿਆ ਹੋਇਆ ਹੈ? ਪ੍ਰਤਾਪ ਸਿੰਘ ਬਾਜਵਾ। ਨਾਲ ਉਹਦੇ ਕੌਣ ਹੈ ਜੀ, ਦੋ ਤਿੰਨ MLA, ਉਹਦਾ ਭਰਾ ਆ ਗਿਆ ਜਿਹਦੇ ਨਾਲ ਟਕੁੱਤੇ ਵਾਲਾ ਸੀ, ਟਕੁੱਤੇ ਵਾਲਾ ਸੀ। ਹਾਂ, ਉਹਨਾਂ ਦਾ ਰਾਜੀਨਾਮਾ। ਇੱਕ ਹੋਰ ਹੈ ਕੋਈ ਪਤਾ ਨਹੀਂ ਕੀ ਹੈ, ਭਲਾਈਪੁਰ। ਅੱਛਾ,
ਉਹਦੀ ਭਲਾਈ ਵੀ ਹੋ ਗਈ, ਉਹ ਵੀ ਆ ਗਿਆ, ਤੇ 2 ਪਾਰਲੀਮੈਂਟ ਦੇ ਮੈਂਬਰ ਹੋ ਗਏ। ਹਾਂ, ਡਿੰਪਾ ਤੇ ਔਜਲਾ ਹਾਂ, 3 ਹੋ ਗਏ। ਜੇ ਆਪਾਂ ਪ੍ਰਤਾਪ ਨੂੰ ਵੀ ਦੇਖੀ ਤਾਂ ਪ੍ਰਤਾਪ ਵੀ ਪਾਰਲੀਮੈਂਟ ਦਾ ਮੈਂਬਰ ਹੈ, ਉਹ ਰਾਜ ਸਭਾ ਦਾ ਮੈਂਬਰ ਹੈ। ਹੁਣ ਆਮ ਤੌਰ ਤੇ ਆਪਾਂ ਦੇਖਿਆ ਸੁੱਖੀ ਰੰਧਾਵਾ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਬਾਹਰ ਕੱਢਿਆ ਸੀ, ਅਸੀਂ ਇਹਨੂੰ ਲੈ ਕੇ ਗਏ ਸੀ। ਹੁਣ ਅਮਰਿੰਦਰ ਤਾਂ ਉੱਥੇ ਬੈਠਾ, ਸੀਸਮਾ 'ਚ ਹੀ ਬੈਠਾ, ਉਹ ਤਾਂ ਬਾਹਰ ਨਿਕਲਿਆ ਨਹੀਂ, ਲੇਕਿਨ ਉਹਦੇ ਕਰਿੰਦੇ ਕੰਮ ਕਰੀ ਜਾਂਦੇ। ਜਿਹੜੀ ਕੱਲ ਰੈਲੀ ਹੋਈ ਆ, ਉਸ ਰੈਲੀ ਦੇ ਵਿੱਚ ਉਹਨਾਂ ਨੇ ਦਰਸਾਇਆ ਕੀ ਹੈ ਕਿ ਅਸੀਂ ਹੈਗੇ ਹਾਂ, ਤੇ ਪ੍ਰਤਾਪ ਸਿੰਘ ਕਹਿੰਦਾ ਜੀ ਮੈਂ ਚੋਣ ਲੜੂੰਗਾ। ਪਰ ਉਹਨੇ ਪ੍ਰਤਾਪ ਸਿੰਘ ਨੇ ਇੰਨੀ ਗੱਲ ਕਰਤੀ ਕਿ ਇਹ ਹੈ ਤਾਂ ਪਰਵਿਊ ਹਾਈ ਕਮਾਂਡ ਦਾ ਕਿ ਟਿਕਟ ਕਿੱਥੋਂ ਦੇਵੇ, ਪਰ ਮੈਂ ਲੜੂੰਗਾ, ਮੈਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਆਉਣਾ ਹੀ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ, ਅਸ਼ਵਨੀ ਸੇਖੜੀ ਵੀ ਹੈਗਾ, ਤ੍ਰਿਪਤ ਰਜਿੰਦਰ ਬਾਜਵਾ ਬਟਾਲੇ ਤੋਂ ਲੜਨਾ ਚਾਹੁੰਦਾ ਸੀ, ਉਹਦਾ ਸਮਝ ਲਓ ਵੀ ਭੋਗ ਪਾਤਾ। ਉੱਥੇ ਵੀ ਅਸ਼ਵਨੀ ਸੇਖੜੀ ਪਹਿਲਾਂ ਜਿਹੜਾ ਉੱਥੋਂ ਜਿੱਤਦਾ ਵੀ ਰਿਹਾ, ਹਾਰਿਆ ਵੀ ਹੈ, ਤੇ ਉਹਦਾ ਬਣਦਾ। ਸੋ ਇਹ ਕਿ ਮਾਝੇ ਦੇ ਵਿੱਚ ਵੀ ਉਹਨਾਂ ਦੇ ਬੰਦਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁੱਲ ਮਿਲਾ ਕੇ ਜੇ ਹੁਣ ਆਪਾਂ ਇਹ ਦੇਖੀਏ ਤਾਂ ਇਸ ਵੇਲੇ ਕਾਂਗਰਸ ਪਾਰਟੀ ਨੂੰ ਇੱਕ ਮੂੰਹ ਹੋ ਕੇ ਤੁਰਨ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਸਥਿਤੀ ਵੀ ਜੇ ਆਪਾਂ ਦੇਖੀਏ, ਆਮ ਆਦਮੀ ਪਾਰਟੀ 'ਚ ਬੋਲਦਾ ਭਾਵੇਂ ਕੋਈ ਨਹੀਂ, ਲੇਕਿਨ ਸੁਲਗਤਾ ਰਹੀ ਹੈ ਨਾ ਅੰਦਰ ਅੰਦਰ। ਭਗਵੰਤ ਮਾਨ ਨੂੰ ਵੀ ਲੈ ਕੇ ਸੁਲਗ ਰਹੀ ਹੈ ਕਿ ਭਗਵੰਤ ਮਾਨ ਜਿਹੜਾ ਹੈਗਾ ਉਹ ਸਾਇਲੈਂਟ ਹੈ, ਉਹਦੀ ਗੱਲਬਾਤ ਹੈ ਨਹੀਂ। ਹੁਣ ਇਹ ਕਹਿ ਜ਼ਰੂਰ ਦਿੱਤਾ ਹਰੀਸ਼ ਰਾਵਤ ਨੇ, ਪਰ ਹਰੀਸ਼ ਰਾਵਤ ਦੀ ਮੰਨੂਗਾ ਕੌਣ? ਜਿਹੜਾ ਉਹਦਾ ਪਿਛਲਾ ਸਟੈਂਡ ਹੈ, ਕਿਉਂਕਿ ਹਾਲਾਂਕਿ ਕਿਸੇ ਜ਼ਮਾਨੇ ਦੇ ਵਿੱਚ ਆਪਾਂ ਗੱਲ ਕਰਕੇ ਨੇ ਕਿ ਉਹਨੇ ਐਨਡੀ ਤਿਵਾੜੀ ਨੂੰ ਸ਼ਿਕਸਤ ਦਿੱਤੀ ਹੈ। ਜਿਸ ਬੰਦੇ ਨੇ ਐਨਡੀ ਤਿਵਾੜੀ ਨੂੰ ਹਰਾਇਆ ਹੋਵੇ, ਉਹ ਆ ਕੇ ਇੱਥੇ ਮਾਰ ਖਾ ਜਾਂਦਾ ਪੰਜਾਬ ਦੇ ਵਿੱਚ ਆ ਕੇ। ਨਾਲੇ ਗੱਲ ਇਹ ਢਿੱਲੋਂ ਸਾਹਿਬ, ਮੈਂ ਕਹਿੰਦਾ ਨਾ, ਮਾਸਟਰ ਤੇ ਪ੍ਰਿੰਸੀਪਲ 'ਚ ਬੜਾ ਫਰਕ ਹੁੰਦਾ। ਬਿਲਕੁਲ ਹੈ ਜੀ। ਜਿਹੜਾ ਮਾਸਟਰ ਹੁੰਦਾ ਹੈ ਨਾ, ਹੋ ਸਕਦਾ ਪੜ੍ਹਾਈ ਬੜੀ ਵਧੀਆ ਕਰਾ ਦੇ, ਪਰ ਜਿਹੜਾ ਪ੍ਰਿੰਸੀਪਲ ਉਹਨੇ ਐਡਮਿਨਿਸਟ੍ਰੇਸ਼ਨ ਤੇ ਖਿੱਚ ਕੇ ਰੱਖਣਾ ਹੁੰਦਾ ਕੰਮ, ਉਹ ਤਾਂ ਉਦੋਂ ਵੀ ਗੱਲ ਜੀ। ਤੁਸੀਂ ਮਾਸਟਰ ਤੇ ਪ੍ਰਿੰਸੀਪਲ ਦੇ ਨਾਲੋਂ ਜੇ ਤਕੜਾ ਮਨੀਟਰ ਹੋਵੇ, ਬਾਣੀ ਤਾਂ ਉਹ ਪਾ ਰੱਖਦਾ, ਬਿਲਕੁਲ। ਤੇ ਜੇ ਆਪਾਂ ਡੀਪੀ ਮਾਸਟਰ ਪੀਟੀ ਇੱਕੋ ਹੀ ਹੁੰਦਾ, ਡਾਂਗੀ ਉਹਦੇ ਹੱਥ ਦੇ ਵਿੱਚ ਡੰਡਾ ਹੀ ਹੁੰਦਾ। ਸਾਰੀ ਕਲਾਸ ਨਾ ਕੋਈ ਪ੍ਰਿੰਸੀਪਲ ਤੋਂ ਡਰਦਾ ਹੁੰਦਾ ਤੇ ਨਾ ਕੋਈ ਮਾਸਟਰ ਤੋਂ ਡਰਦਾ, ਡੀਪੀ ਤੋਂ ਬਾਹਲਾ ਡਰਦੇ ਆ। ਇਹ ਹੁਣ ਇਹ ਡੀਪੀ ਨਹੀਂ ਬਣ ਰਿਹਾ, ਇੱਥੇ ਲੋੜ ਹੈ ਪੰਜਾਬ ਦੇ ਵਿੱਚ ਡੀਪੀ ਬਣਨ ਦੀ। ਬਿਲਕੁਲ ਪੀਟੀ ਮਾਸਟਰ ਦੀ ਲੋੜ ਆ, ਪੀਟੀ ਮਾਸਟਰ ਦੀ ਲੋੜ ਆ। ਵੀ ਜੇ ਤਾਂ ਕੈਪਟਨ ਦਾ ਗਰੁੱਪ ਚੂਚਣਾ ਕਰਦਾ ਤਾਂ ਸਖਤੀ ਉੱਥੇ ਕਰ, ਜੇ ਦੂਜਾ ਚੂਚਣਾ ਕਰਦਾ ਵੀ ਜਿਹੜਾ ਥੋੜਾ ਜਿਹਾ ਧਮਕੀ ਮਾਰ ਦਿੰਦਾ, ਉਸ ਨੂੰ ਕਹਿੰਦਾ ਨਹੀਂ ਮੈਂ ਇਹਦੇ ਨਾਲ ਹੁਣ ਕੈਪਟਨ ਦੇ ਨਾਲ ਬੈਠਾ ਗੱਲਬਾਤ ਕਰੀ ਜਾਂਦਾ, ਇਹਦਾ ਮਤਲਬ ਪਤਾ ਨਹੀਂ ਇਹਦੇ ਬਾਅਦ ਹੋਊਗਾ। ਸਹੀ ਗੱਲ ਹੈ ਜੀ। ਤੇ ਹੁਣ ਢਿੱਲੋਂ ਸਾਹਿਬ ਅੱਗੇ ਚੱਲੀਏ ਤਾਂ ਕੈਪਟਨ ਸਾਹਿਬ ਦੀ ਵੀ ਆਪਾਂ ਗੱਲ ਕਰਕੇ ਤੇ ਕੈਪਟਨ ਸਾਹਿਬ ਪਹਿਲਾਂ ਤਾਂ ਕਹਿੰਦੇ ਮੈਂ ਬਿਜਲੀ ਸਮਝੌਤੇ ਰੱਦ ਕਰਤੇ, ਮੈਂ ਸਾਰਾ ਕੁਝ ਲਿਖਤਾ, ਹੁਣ ਉਸ ਗੱਲ ਤੋਂ ਫੇਰ ਮੁੱਕਰ ਗਏ। ਨਹੀਂ, ਰੱਦ ਕਰਤੇ ਨਹੀਂ ਹੈਗੇ, ਰੱਦ ਕਰਨ ਵਾਲੀ ਗੱਲ ਨਹੀਂ। ਜਿਹੜੀ ਗੱਲ ਕੈਪਟਨ ਸਾਹਿਬ ਨੇ ਕਹੀ ਹੈ ਤੇ ਜਿਹੜੀ ਗੱਲ ਦੂਜੇ ਕਹਿੰਦੇ, ਉਹਦਾ ਬੜਾ ਫਰਕ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪਹਿਲਾਂ ਹੀ ਕਰਕੇ ਹਟੇ ਕਿ ਇੱਕ ਜਣਾ ਬੋਲਦਾ ਨਹੀਂ ਤੇ ਦੂਜਾ ਬੋਲਣੋਂ ਹਟਦਾ ਹੀ ਨਹੀਂ, ਟਵੀਟ ਤੇ ਟਵੀਟ ਹੈ। ਕੱਲ ਰਾਵਤ ਦੇ ਆਉਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਤਾ ਕਿ ਜੀ ਸੈਸ਼ਨ ਜਿਹੜਾ ਛੋਟਾ ਹੈ, ਸੈਸ਼ਨ ਜਿਹੜਾ ਹੈ ਘੱਟੋ ਘੱਟ 1 ਹਫ਼ਤੇ ਦਾ ਚਾਹੀਦਾ। ਇੱਕ ਦਿਨ ਤਾਂ ਵੀ ਉਹ ਗੁਰੂ ਸਾਹਿਬ ਦਾ 9ਵੇਂ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ 3 ਤਾਰੀਖ ਨੂੰ, ਉਹਦੇ 'ਚ ਨਿਕਲ ਜਾਣਾ। ਬਾਕੀ ਅਸੀਂ ਵਿਚਾਰ ਕਰਨੀ ਹੈ। ਤੇ ਵਿਚਾਰਾਂ ਦੇ ਵਿੱਚੋਂ ਗੱਲ ਜਿਹੜੀ ਵਾਰ-ਵਾਰ ਕਹਿੰਦਾ ਕਿ ਜੀ PP ਜਿਹੜੇ ਹੈ, ਇਹ ਜਿਹੜਾ ਪਾਵਰ ਪਰਚੇਜ ਐਕਟ ਹੈਗੀ, ਉਹ ਰੱਦ ਕਰਨੇ ਜੀ। ਉਹ ਰੱਦ ਕਰਨੇ ਆ, ਨਾਲ ਕੁਝ ਹੋਰ ਕੰਮ ਵੀ ਕਰਨੇ ਆ ਜੀ। ਅਸੀਂ ਆਹ ਵੀ ਕਰਨੇ, ਆਹ ਵੀ ਕਰਨੇ, ਆਹ ਵੀ ਕਰਨੇ ਆ, ਨਾਲ ਉਹ ਮੇਰਾ ਖਿਆਲ ਹੈ ਕਈ ਕੁਛ ਹੋਰ ਉਹਨਾਂ ਨੇ ਨਾਲ ਜੁੜਿਆ ਹੋਇਆ, ਤੇ ਨਾਲ ਧਮਕੀ ਵੀ ਦਿੱਤੀ ਸੀ ਵੀ ਜੇ ਅਮਰਿੰਦਰ ਸਿੰਘ ਇਹ ਕੁਛ ਨਾ ਕਰੂਗਾ ਤਾਂ ਫਿਰ ਅਸੀਂ ਕਰਾਂਗੇ। ਆਪਾਂ ਇਹ ਗੱਲ ਕੀਤੀ ਸੀ ਕਿ ਅਮਰਿੰਦਰ ਸਿੰਘ ਨੇ 1 ਦਿਨ ਦਾ ਸੈਸ਼ਨ ਕਰਕੇ ਉਹਨੇ ਆਪਣੀ ਜਿਹੜੀ ਹੈਗੀ ਆ ਰਸਮ ਦੀ ਪੂਰਤੀ ਕਰਤੀ, ਪਰ ਉਹ ਰਸਮ ਦੀ ਪੂਰਤੀ ਤੋਂ ਗਾਂ ਕੁਛ ਹੋਰ ਆਪਾਂ ਅਗਲੀ ਖਬਰ 'ਚ ਗੱਲ ਕਰਾਂਗੇ ਉਹਦੇ ਬਾਰੇ ਜੀ। ਲੇਕਿਨ ਕੱਲ ਸੀ ਜਿਹੜੀਆਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ, ਅੰਗਹੀਨਾਂ ਦੀਆਂ ਪੈਨਸ਼ਨਾਂ, ਇਹਨਾਂ ਦਾ ਕੱਲ ਮਤਲਬ ਜਿਹੜੀ ਹੈਗੀ ਆ ਉਹ ਵਾਧਾ ਕੀਤਾ ਹੈ ਜੀ। ਪਹਿਲਾਂ ਮਿਲਦੀ ਹੁੰਦੀ ਸੀ 750 ਰੁਪਈਆ, ਹੁਣ ਇਹਨਾਂ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ 1500 ਰੁਪਈਆ ਦਿਆ ਕਰਾਂਗੇ ਜੀ। ਤੇ ਕੱਲ ਉਹਦੀ ਸ਼ੁਰੂਆਤ ਕੀਤੀ ਹੈ ਪੰਜਾਬ ਭਵਨ 'ਚੋਂ। ਹੁਣ ਕੁਦਰਤੀ ਤੌਰ ਤੇ ਜਦੋਂ ਇਸ ਕਿਸਮ ਦੀ ਕੰਪੇਨ ਆਪਣੀ ਥੋੜੀ ਕੁਛ ਸਹੂਲਤ ਸ਼ੁਰੂ ਹੁੰਦੀ ਹੈ, ਕੁਛ ਸਕੀਮ ਸ਼ੁਰੂ ਹੁੰਦੀ ਹੈ, ਤਾਂ ਮੀਡੀਆ ਨੂੰ ਸੱਦਾ ਪੱਤਰ ਦਿੱਤਾ ਜਾਂਦਾ। ਮੀਡੀਆ ਵੀ ਗਿਆ ਸੀ। ਅਮਰਿੰਦਰ ਸਿੰਘ ਜਦੋਂ ਉਧਰੋਂ ਵਿਹਲਾ ਹੋਇਆ ਤੇ ਮੀਡੀਆ ਵਾਲਿਆਂ ਨੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਦੱਸੋ ਜੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ, ਕੀ ਕਹਿੰਦੇ ਹੋ। ਉਹਨਾਂ ਨੇ ਨਾਲ ਇਹ ਤੇ ਕਰ ਲਿਆ ਜੀ ਇਹਦੇ ਬਾਰੇ ਦੱਸੋ, ਪਾਵਰ ਪਰਚੇਜ ਐਕਟ ਬਾਰੇ ਦੱਸੋ, ਤੁਸੀਂ ਇਹਨਾਂ ਨੂੰ ਰੱਦ ਕਰੋਗੇ। ਅਮਰਿੰਦਰ ਸਿੰਘ ਨੇ ਕਹਿਤਾ ਵੀ ਨਹੀਂ, ਸੰਭਵ ਨਹੀਂ ਜੀ। ਸਾਰੇ ਕਾਨੂੰਨ ਜਿਹੜੇ ਹੈਗੇ ਆ ਉਹ ਸੰਭਵ ਨਹੀਂ। 122 ਜਿਹੜੇ ਹੈਗੇ ਐਗਰੀਮੈਂਟ ਹੋਏ। ਅੱਛਾ ਜੀ, 122 ਐਗਰੀਮੈਂਟ ਹੋਏ। ਜੇ ਕਹਿੰਦਾ 122 ਦੇ 22 ਅਸੀਂ ਰੱਦ ਕਰਤੇ ਤੇ ਸਾਡਾ ਬਣੂਗਾ ਕੀ ਜੀ। 2 ਗੱਲਾਂ ਕਹੀਆਂ ਉਹਨੇ। ਉਹ ਕਹਿੰਦਾ ਸਟੇਟ ਦੀ ਜਿਹੜੀ ਇਸ ਵੇਲੇ ਦੀ ਖਪਤ ਹੈ ਜੀ, ਕੰਜੰਪਸ਼ਨ, ਉਹ ਹੈਗੀ ਹੈ 14000 ਮੈਗਾਵਾਟ। ਅੱਛਾ ਜੀ। ਤੇ ਜਿਹੜਾ ਨੈਸ਼ਨਲ ਗ੍ਰਿਡ ਤੋਂ ਸਿੱਧੂ ਸਾਹਿਬ ਕਹਿੰਦੇ ਜੀ ਸਸਤੀ ਮਿਲਦੀ ਹੈ, ਕਹਿੰਦਾ ਨੈਸ਼ਨਲ ਗ੍ਰਿਡ ਤੋਂ ਸਸਤੀ ਮਿਲਣ ਵਾਲੀ ਗੱਲ ਨਹੀਂ। ਜਿਹੜਾ ਹੈਗਾ ਨਾ ਕੋਈ
ਗੋਦਾਵਰੀ ਪਤਾ ਨਹੀਂ ਕੁਛ ਇਸ ਕਿਸਮ ਦਾ ਪ੍ਰੋਜੈਕਟ ਆ, ਉੱਥੋਂ ਕਹਿੰਦਾ 12.5 ਰੁਪਏ ਮਿਲਦੀ ਹੈ। ਅੱਛਾ ਜੀ। ਇੱਕ ਦੂਜੀ ਗੱਲ ਜਿਹੜੀ ਹੈਗੀ ਹੈ ਨੈਸ਼ਨਲ ਪ੍ਰੋਜੈਕਟ ਆਪਣਾ ਗ੍ਰਿਡ ਤੋਂ ਜਿਹੜੀ ਸਾਨੂੰ ਮੈਕਸਿਮਮ ਬਿਜਲੀ ਮਿਲ ਸਕਣੀ ਹੈ ਉਹ ਮਿਲੀ ਹੈ 7000 ਮੈਗਾਵਾਟ। ਜਦੋਂ 7000 ਮੈਗਾਵਾਟ ਤੁਹਾਡੇ ਕੋਲ ਬਿਜਲੀ ਘਟ ਗਈ ਤੇ ਤੁਸੀਂ ਲੋਕਾਂ ਨੂੰ ਦਿਓਗੇ ਕਿੱਥੋਂ? ਕਿਸਾਨ ਤਾਂ ਨਾਲ ਦੀ ਨਾਲ ਸੜਕਾਂ ਤੇ ਨਿਕਲ ਆਉਂਦੇ ਸ਼ਹਿਰਾਂ ਦੇ ਵਿੱਚ ਹਾਹਾਕਾਰ ਮਚ ਜਾਣੀ ਹੈ। ਉਹਨੇ ਇਹ ਪਲੀ ਲਈ ਹੈ ਵੀ ਇਸ ਕਰਕੇ ਸਾਰੇ ਨਹੀਂ ਰੱਦ ਹੋ ਸਕਦੇ, ਕੁਛ ਹੈਗੇ ਜੀ ਜਿਨ੍ਹਾਂ ਬਾਰੇ ਅਸੀਂ ਵਿਚਾਰ ਕਰੀ ਜਾਂਦੇ ਹਾਂ, ਉਹਦੀ ਇਜਾਜ਼ਤ ਦੇ ਦਿੱਤੀ ਹੈ। ਉਹ ਕੁਛ ਹੈਗੇ ਉਹਦੇ ਬਾਰੇ ਕਰ ਸਕਦੇ ਹਾਂ ਅਸੀਂ, ਇਹ ਤੋਂ ਵੱਧ ਨਹੀਂ। ਅਗਲੀ ਗੱਲ ਉਹਨੇ ਹੋਰ ਕਹਿਤੀ ਨਾਲ ਹੀ, ਉਹ ਕਹਿੰਦਾ ਵੀ ਜੇ ਅਸੀਂ ਸਾਰੇ ਰੱਦ ਕਰਤੇ ਤਾਂ ਮੇਰੀ ਜਿੰਨੀ ਕੁ ਉਮਰ ਹੈ ਇਹ ਤਾਂ ਫਿਰ ਸੁਪਰੀਮ ਕੋਰਟ 'ਚ ਬੈਠੇ ਦੀ ਨਿਕਲ ਜੂਗੀ। ਅੱਛਾ, ਵੀ ਉੱਥੇ ਰੋਜ਼ ਦੇ ਅਗਲੇ ਜਿਹੜੀਆਂ ਕੰਪਨੀਆਂ ਦੇ ਨਾਲ ਆਪਾਂ ਐਗਰੀਮੈਂਟ ਇੱਕ ਸਰਕਾਰ ਨੇ ਕੀਤੀ ਹੈ। ਸਰਕਾਰ ਕਈ ਵਾਰੀ ਹੁੰਦੀ ਹੈ ਨਾ ਵੀ ਆਪਾਂ ਕਈ ਵਾਰੀ ਕੋਈ ਲਵਾ ਦਿੰਦੇ ਹੁੰਦੇ ਕਿਸੇ ਕਾਰਪੋਰੇਸ਼ਨ ਨੂੰ, ਕਿਸੇ ਬੋਰਡ ਨੂੰ ਕੋਈ ਪ੍ਰੋਜੈਕਟ ਲਵਾਉਂਦੇ ਹੈ ਜੀ ਤਾਂ ਉੱਥੇ ਉਹ ਕਹਿੰਦੇ ਹੁੰਦੇ ਜੀ ਇਹਦੀ ਗਰੰਟੀ ਸਰਕਾਰ ਦੇਵੇ। ਉੱਥੇ ਸਰਕਾਰ ਦੀ ਗਰੰਟੀ ਪਾਈ ਜਾਂਦੀ ਵੀ ਕੱਲ੍ਹ ਨੂੰ ਜੇ ਪੈਸਾ ਡੁੱਬੂਗਾ ਤਾਂ ਸਰਕਾਰ ਭਰੂਗੀ। ਇਸ ਤਰੀਕੇ ਜਿਹੜੇ ਐਗਰੀਮੈਂਟ ਹੋਏ ਆ ਇਹ ਸਰਕਾਰ ਦੇ ਹੋਏ ਆ ਬਿਜਲੀ ਕੰਪਨੀਆਂ ਨਾਲ, ਜੀ ਚਾਹੇ ਕਾਰਪੋਰੇਸ਼ਨ ਦੇ ਰਾਹੀਂ ਹੋਏ, ਪਾਵਰ ਕਾਰਪੋਰੇਸ਼ਨ ਦੇ ਰਾਹੀਂ ਹੋਏ, ਪਰ ਉਹਦੇ ਵਿੱਚ ਗਰੰਟੀ ਜਿਹੜੀ ਸਰਕਾਰ ਦੀ ਹੈ ਔਰ ਉਹਨਾਂ ਨੂੰ ਦੇਣਾ ਪੈਣਾ। ਉਹ ਕਹਿੰਦਾ ਵੀ ਇਹ ਗੱਲ ਚੱਲ ਨਹੀਂ ਸਕਦੀ। ਹਾਂ, ਜਿਹੜੇ ਜਿਹਨੇ ਕਰਨ ਜੋਗ ਰਿਹਾ ਅਸੀਂ ਉਹ ਕਰਾਂਗੇ ਜੀ। ਔਰ ਇਹ ਜਿਹੜੀ ਹੈਗੀ ਹੈ ਕਿਉਂਕਿ ਇਹ ਬਿਲਕੁਲ ਗੱਲ ਉਸ ਵੇਲੇ ਕੀਤੀ ਹੈ ਜਦੋਂ ਹਰੀਸ਼ ਰਾਵਤ ਨੇ ਇੱਥੇ ਆਉਣਾ ਸੀ ਔਰ ਨਾਲ ਉਹਨੇ ਥੋੜ੍ਹਾ ਜਿਹਾ ਇਹ ਦੱਸਿਆ ਕਿ ਮੁੱਖ ਮੰਤਰੀ ਮੈਂ ਆ। ਜੇ ਕੋਈ ਬੰਦਾ ਇਹ ਕਹੀ ਜਾਊਗਾ ਵੀ ਨਹੀਂ ਜੀ ਆਹ ਰੱਦ ਕਰੋ, ਜੀ ਆਹ ਰੱਦ ਕਰੋ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਸਰਕਾਰ ਚਲਾਉਣੀ ਹੈ, ਸਰਕਾਰ ਚਲਾਉਣੀ ਮੁੱਖ ਮੰਤਰੀ ਦਾ ਕੰਮ ਹੈ ਔਰ ਮੁੱਖ ਮੰਤਰੀ ਨੇ ਦੇਖਣਾ ਵੀ ਇੱਥੇ ਘਾਟਾ ਨਫਾ ਨੁਕਸਾਨ ਕੀ ਹੈ ਜੀ। ਇਹਦੇ ਉਲਟ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਜੇ ਮੈਂ ਫੈਸਲੇ ਨਹੀਂ ਲੈ ਸਕਦੀ। ਫੈਸਲੇ ਦੋ ਕਿਸਮ ਦੇ ਹੈ, ਜਿਹੜੇ ਤੁਸੀਂ ਲਓਗੇ ਫੈਸਲੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਲੈਣੇ ਫੈਸਲੇ, ਉਹ ਲੈਣੇ ਆਰਗੇਨਾਈਜੇਸ਼ਨ। ਹੁਣ ਬਾਡੀ ਬਣਨੀ ਸਰਕਾਰ ਦੇ ਥੋੜਾ ਲੈਣੇ, ਹੁਣ ਬਾਡੀ ਬਣਨੀ ਹੈ, ਪ੍ਰਧਾਨ ਬਣਾਉਣੇ ਆ, ਬਲਾਕਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਬਣਾਈ ਜਾਣ। ਉਸ ਪਾਸੇ ਤਾਂ ਆ ਹੀ ਨਹੀਂ ਰਹੇ, ਉਹਦੇ 'ਚ ਮੁੱਖ ਮੰਤਰੀ ਦਾ ਕੋਈ ਕੰਮ ਨਹੀਂ, ਉਸ ਪਾਸੇ ਆ ਹੀ ਨਹੀਂ ਰਹੇ ਨਾ। ਉਹ ਤਾਂ ਕਹਿੰਦੇ ਵੀ ਮੁੱਖ ਮੰਤਰੀ ਜਿਹੜਾ ਹੈਗਾ ਸਾਡਾ ਹੁਕਮ ਨਹੀਂ। ਪਰ ਜਿਹੜੀ ਬਾਡੀ ਤੋਂ ਬਿਨਾਂ ਤੁਸੀਂ ਇਲੈਕਸ਼ਨ ਕਿਵੇਂ ਲੜ ਲਓਗੇ? ਮੈਨੂੰ ਐਂ ਦੱਸੋ, ਬਲਾਕ ਪ੍ਰਧਾਨ ਕਦੋਂ ਦੇ ਹੈ ਹੀ ਨਹੀਂ, ਬਹੁਤ ਲੰਬਾ ਸਮਾਂ ਹੋ ਗਿਆ ਨਾ ਬਲਾਕ ਪ੍ਰਧਾਨ ਨਾ ਜ਼ਿਲ੍ਹਾ ਪ੍ਰਧਾਨ ਹੈ, ਉਹੀ ਕੰਮ ਚੱਲੀ ਜਾਂਦਾ ਬਸ। ਉਹ ਤਾਂ ਹਲਕੇ ਇੰਚਾਰਜ ਬਣੇ, ਹਾਂ ਹਲਕੇ ਇੰਚਾਰਜ, ਹਲਕੇ ਮੈਂ ਕਹਿੰਦਾ ਦੂਜੇ ਹਲਕੇ। ਬਿਲਕੁਲ। ਇਸ ਕਰਕੇ ਮਤਲਬ ਜਿਹੜਾ ਹੈਗਾ ਅਮਰਿੰਦਰ ਨੇ ਜਿਹੜੀ ਕੱਲ ਗੱਲ ਕਹੀ ਹੈ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ। ਉਹ ਇਹਨਾਂ ਨੂੰ ਕਿਹਾ ਨਹੀਂ ਪਰ ਉਹਨੇ ਇੱਕ ਮੈਸੇਜ ਦਿੱਤਾ ਜੀ ਰਾਤ। ਮੇਰਾ ਖਿਆਲ ਹੈ ਜਿਹੜੀ ਹਰੀਸ਼ ਰਾਵਤ ਨਾਲ ਗੱਲ ਕੀਤੀ ਹੋ ਸਕਦਾ ਸਿੱਧੂ ਸਾਹਿਬ ਨੇ ਕਿਹਾ ਹੋਵੇ ਉਹਦੇ 'ਚ। ਇੱਕ ਨਾਲ ਉਹ ਕਹਿੰਦੇ ਜੀ ਇਹਦੇ 'ਚ ਫਿਰ ਜਿਹੜੀ ਹੈਗੀ ਉਹ ਆਪਣਾ ਤੁਹਾਡਾ ਵਿਕਰਮ ਸਿੰਘ ਮਜੀਠੀਆ ਵਾਲਾ ਕਿ ਜੀ ਉਹ ਤੁਸੀਂ ਉਹ ਨਹੀਂ ਖੋਲੀ, ਉਹ ਕਰਾਓ ਉਹ ਹੁਣ ਮਾਮਲਾ ਪਿਆ ਹਾਈ ਕੋਰਟ ਦੇ ਵਿੱਚ ਜੀ। ਹਾਈ ਕੋਰਟ ਦੇ ਵਿੱਚ ਅੱਜ ਉਹਦੇ ਤੇ ਫੇਰ ਪੇਸ਼ੀ ਸੀ। ਕੱਲ ਉਹਨਾਂ ਨੇ ਟਵੀਟ ਕਰਤੇ ਜੀ ਕੱਲ ਨੂੰ ਦੇਖਿਓ ਕੀ ਸਾਰਾ ਕੁਝ ਨਿਕਲੂਗਾ। ਹੁਣ ਪਤਾ ਲੱਗੂ ਬੰਦਾ ਕੀ ਹੈ। ਅੱਜ ਇੱਕ ਜੱਜ ਜਿਹੜੇ ਹੈਗੇ ਆ ਮਿਸਟਰ ਤਿਵਾੜੀ ਉਹ ਰੈਸਕਿਊ ਕਰ ਗਏ। ਅੱਛਾ, ਉਹ ਕਹਿੰਦੇ ਜੀ ਮੈਂ ਇਸ ਸੁਣਵਾਈ ਨਹੀਂ ਕਰਨੀ ਚਾਹੁੰਦਾ। ਅੱਛਾ, ਇੱਕ ਗੱਲ ਮੇਰਾ ਖਿਆਲ ਕੋਈ ਗੱਲ ਹੋਣੀ ਹੈ, ਮੇਰੇ ਖਿਆਲ ਮੁਤਾਬਕ ਉਹਨਾਂ ਦੀ ਕਿਸੇ ਨਾਲ ਕਿਸੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਦੇ ਖਾਨਦਾਨੀ ਰਿਸ਼ਤੇਦਾਰੀ ਹੈ। ਇਸ ਕਰਕੇ ਕੋਈ ਕੱਲ ਨੂੰ ਮੇਰੇ ਤੇ ਇਲਜ਼ਾਮ ਲੱਗੂਗਾ ਵੀ ਉਧਰੋਂ ਕਰਾਤਾ, ਹਾਂ ਉਧਰੋਂ ਕਰਵਾਤਾ ਵੀ ਤੁਸੀਂ ਆਹ ਕਰ ਲਓ, ਰੈਸਕਿਊ ਕਰ ਗਏ ਆਪਣੇ ਆਪ। ਉਹ ਗੱਲ ਵਿੱਚ ਰਹਿ ਗਈ। ਸੋ ਇਹ ਕਈ ਵਾਰੀ ਠੀਕ ਹੈ ਵੀ ਆਪਾਂ ਨੂੰ ਪਤਾ ਵੀ ਜਿਹਨੇ ਸਰਕਾਰ ਚਲਾਉਣੀ। ਅਮਰਿੰਦਰ ਸਿੰਘ ਨੇ ਇੱਥੇ ਹੋਰ ਵੀ ਕਹਿਤਾ ਜਦੋਂ ਉਹਨੇ ਸੈਸ਼ਨ ਦੇ ਮਾਮਲੇ ਤੇ ਸੀ, ਉਹਨੇ ਕਲੀਅਰ ਕਰਤੀ ਗੱਲ ਜੀ। ਉਹਦਾ ਸੈਸ਼ਨ ਦਾ ਇਹ ਮਤਲਬ ਥੋੜਾ ਵੀ ਜਿਹਦੇ ਗੁਰੂ ਗ੍ਰੰਥ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਪ੍ਰਕਾਸ਼ ਉਤਸਵ ਮਨਾਵਾਂਗੇ ਉੱਥੇ ਹੋਰ ਗੱਲਾਂ ਹੋਣ, ਉੱਥੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੱਲ ਹੋਣੀ ਜੀ। ਇਹ ਉਹਨਾਂ ਨੂੰ ਸਮਰਪਿਤ ਆ। ਉਹ ਤੋਂ ਬਾਅਦ ਇਹ ਨਹੀਂ ਕਿ ਸੈਸ਼ਨ ਉਹ ਕਹਿੰਦੇ ਸਾਈਨਡ ਹੀ ਨਹੀਂ ਹੋਊਗਾ। ਇਹ ਸੈਸ਼ਨ ਜਿਹੜਾ ਹੈਗਾ ਉਠਾ ਲਾਂਗੇ, ਪੱਕਾ ਨਹੀਂ ਉਠਾਉਂਦੇ, ਕੁਝ ਸਮੇਂ ਲਈ ਉਠਾ ਲਾਂਗੇ। ਔਰ ਉਹ ਤੋਂ ਬਾਅਦ 10-15 ਦਿਨਾਂ ਬਾਅਦ ਕਹਿੰਦੇ ਅਸੈਂਬਲੀ ਦਾ ਜਿਹੜਾ ਹੈਗਾ ਪ੍ਰੋਪਰ ਸੈਸ਼ਨ ਜਿਹੜਾ ਹੈਗਾ ਬੁਲਾਉਣਾ ਹੈ। ਉਹ ਅਸੀਂ ਜਿਹਦੇ ਵਿੱਚ ਕੁਝ ਫੈਸਲੇ ਲੈਣੇ ਜੀ। ਉਹ ਫੈਸਲੇ ਤਾਂ ਬੜੇ ਲੈਣ ਵਾਲੇ ਪਏ ਇਹਨਾਂ ਦੇ, 6 ਮਹੀਨੇ ਪਏ ਆ। ਕਈ ਵਾਰੀ ਕੈਬਨਿਟ ਦੀ ਮੀਟਿੰਗ ਪਹਿਲਾਂ ਹੋਊਗੀ। ਕੈਬਨਿਟ ਦੀ ਮੀਟਿੰਗ ਦੇ ਵਿੱਚੋਂ ਜਿਹੜੀਆਂ ਪ੍ਰਪੋਜ਼ਲਸ ਆਉਣਗੀਆਂ, ਜਿਹੜੇ ਉਹ ਪ੍ਰਪੋਜ਼ਲਸ ਫਿਰ ਅਸੀਂ ਵਿਧਾਨ ਸਭਾ 'ਚ ਲੈ ਕੇ ਆਉਣੇ, ਉਹ ਪਾਸ ਕਰਵਾਉਣੇ, ਉਹ ਅਗਲੇ ਦਿਨਾਂ 'ਚ ਹੋਊਗਾ। ਉਹ ਮੇਰਾ ਖਿਆਲ ਹੁਣ ਇਹਨੂੰ ਇੱਥੇ ਲਾਓ ਗੱਲ ਜੀ। ਜਿਹੜੀ ਅਗਲੀ ਗੱਲ ਹੈ ਕਿ ਇੱਕ ਦਿਨ ਵਾਲਾ ਮਾਮਲਾ ਪੂਰਾ ਕਰਕੇ ਅਮਰਿੰਦਰ ਸਿੰਘ ਨੇ ਆਪਦਾ ਘਰ ਸੁਰੱਖਿਅਤ ਕਰ ਲਿਆ। ਕਿਉਂਕਿ ਜਿਹੜੀ ਇਹ ਗੱਲ ਬਣਦੀ ਸੀ ਜੀ ਹਾਈ ਕਮਾਂਡ ਕੋਲੇ ਪਹੁੰਚ ਗਏ ਬਾਗੀ, ਤੇ ਅੱਜ ਰਾਵਤ ਸਾਹਿਬ ਪੁੱਛਣ ਵਾਸਤੇ ਆ ਗਏ ਵੀ ਦੱਸੋ ਕੀ, ਤੇ ਰਾਵਤ ਸਾਹਿਬ ਨੇ ਜੀ ਜਾ ਕੇ ਰਿਪੋਰਟ ਪੇਸ਼ ਕਰਨੀ ਹੈ। ਇਹ ਰਿਪੋਰਟ 3 ਤਾਰੀਖ ਨੂੰ ਤਾਂ ਪੇਸ਼ ਹੋ ਨਹੀਂ ਸਕਦੀ ਜੇ ਨੋ ਕਨਫੀਡੈਂਸ ਵੀ ਕੈਪਟਨ ਦੇ ਖਿਲਾਫ ਲੈ ਕੇ ਆਉਂਦੇ। 3 ਤਾਰੀਖ ਨੂੰ ਤਾਂ ਕੈਪਟਨ ਦੇ ਖਿਲਾਫ ਨੋ ਕਨਫੀਡੈਂਸ ਆ ਨਹੀਂ ਸਕਦਾ। ਉਦੋਂ ਤਾਂ ਗੱਲ ਹੀ ਸਾਰੀ ਉਹਦੇ 'ਚ ਹੋਣੀ ਹੈ। ਇਹ ਤੋਂ ਪਹਿਲਾਂ ਕਰਕੇ ਵੀ ਤੂੰ ਅਸਤੀਫਾ ਦੇ, ਜੇ ਨਹੀਂ ਅਸਤੀਫਾ ਦਿੰਦਾ ਤੈਨੂੰ ਨੋ ਕਨਫੀਡੈਂਸ ਲੈ ਕੇ ਆਉਣੇ, ਉਹਨੇ ਉਹ ਕੰਮ ਮੁਕਾਤਾ।
ਵੀ ਮੈਨੂੰ ਕੋਈ ਲੋੜ ਨਹੀਂ ਜੀ ਤੇ ਫਿਰ ਉਹਨੇ ਆਪਦੀ ਕੈਬਨਿਟ ਦੇ ਵਿੱਚ ਮੈਜੋਰਿਟੀ ਉਹਦੇ ਕੋਲ ਹੈਗੀ ਹੈ, ਜੇ ਕੈਬਨਿਟ ਦੇ ਵਿੱਚੋਂ 4 ਨੂੰ ਬਰਖਾਸਤ ਕਰਕੇ 4 ਨਵੇਂ ਪਾ ਲੂ, ਉਹਨਾਂ ਦੇ ਰਾਹੀਂ ਕਰਕੇ ਆ ਲਓ ਜੀ ਮੈਂ ਅਸੈਂਬਲੀ ਭੰਗ ਕਰਦਾ ਤੇ ਜਿਹੜਾ ਕਾਰਜਕਾਰੀ ਮੁੱਖ ਮੰਤਰੀ ਦੇ ਤੌਰ ਤੇ ਉਹਨੇ ਆਪਣੇ ਆਪ ਨੂੰ ਸੁਰੱਖਿਅਤ ਕਰਦਾ। ਜਿੰਨੇ ਕੁ ਸਿਆਣਪ ਇੱਧਰ ਕਰਦੇ ਆ ਹਾਂਜੀ, ਧੱਕੇ ਵਾਲੀ, ਉਨੀ ਕੁ ਸਿਆਣਪ ਜਿਹੜੀ ਹੈਗੀ ਹੈ ਦੂਜੀ ਉਹ ਪਾਰਲੀਮੈਂਟਰੀ ਫਰੰਟ ਤੋਂ ਕਰੀ ਜਾਂਦਾ ਜੀ ਜੀ। ਪਰ ਉਹ ਜਿਹੜੀ ਆਪਾਂ ਸ਼ੁਰੂ ਚ ਕੀਤੀ ਸੀ ਕਿ ਕਾਂਗਰਸ ਪਾਰਟੀ ਆਪਣਾ ਨੁਕਸਾਨ ਆਪ ਹੀ ਕਰਵਾਈ ਜਾਂਦੀ ਹੈ। ਇੱਥੇ ਨਾ ਆਪ ਵਾਲਿਆਂ ਨੂੰ ਕੁਝ ਕਰਨ ਦੀ ਲੋੜ, ਸੁਖਵੀਰ ਨੂੰ ਤਾਂ ਮੇਰੇ ਖਿਆਲ ਲੋੜ ਹੀ ਨਹੀਂ ਹੈਗੀ। ਹੁਣ ਤਾਂ ਥਾਲੀ ਚ ਪਰੋਸ ਕੇ ਫੜਾਈ ਜਾਂਦੇ ਵੀ ਆ ਲੈ ਜਾਓ ਜੀ ਤੁਸੀਂ ਸਰਕਾਰ ਬਣਾ ਲਓ ਆਪਦੀ। ਪਰ ਦੇਖੋ ਹੁਣ ਕਿੰਨੀ ਕੁ ਕਿਹਦੀ ਬਣਦੀ ਹੈ ਇੱਥੇ, ਜਿਵੇਂ ਮੇਰੀ ਵੀ ਅੱਜ ਬੜੇ ਬੰਦਿਆਂ ਨਾਲ ਗੱਲ ਹੋਈ ਹੈ, ਬਹੁਤ ਲੋਕ ਛੇਸ਼ੋ ਪੰਜ 'ਚ ਹੈ ਹਜੇ ਤੱਕ। ਜੇ ਆਪਾਂ ਆਖੀਏ ਵੀ ਹਜੇ ਤੱਕ ਕੋਈ ਕਲੀਅਰ ਹੈ, ਉਹ ਹਜੇ ਕੁਝ ਨਹੀਂ ਪਤਾ। ਉਹ ਤਾਂ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਵੀ ਕਹੀ ਜਾਂਦੇ, ਹਾਂ ਉਹ ਕਹਿੰਦੇ ਕਿਸੇ ਦੇ ਹੱਕ ਵਿੱਚ ਕੋਈ ਹਵਾ ਨਹੀਂ, ਕੋਈ ਹਵਾ ਨਹੀਂ, ਕਿਸੇ ਦੇ ਹੱਕ ਵਿੱਚ ਕੋਈ ਹਵਾ ਨਹੀਂ, ਜਿੰਨਾ ਮਰਜ਼ੀ ਤੁਰਿਆ ਫਿਰੇ। ਹੁਣ ਸੁਖਵੀਰ ਸਿੰਘ ਬਾਦਲ ਜਾਂਦਾ ਹੈ ਜੀ, ਉਹ ਜਾ ਕੇ ਰੈਲੀਆਂ ਵੀ ਕਰਦਾ ਹੈ, ਲੇਕਿਨ ਵਿਰੋਧ ਵੀ ਬਰਾਬਰੀ ਖੜ ਜਾਂਦਾ ਹੈ। ਜਿੰਨੇ ਕ ਬੰਦੇ ਰੈਲੀਆਂ ਚ ਆਉਂਦੇ ਆ ਉਦੋਂ ਜ਼ਿਆਦਾ ਬੰਦੇ ਤਾਂ ਰੋਕਣ ਵਾਲੇ ਹੁੰਦੇ। ਜੀ ਜੀ ਬਿਲਕੁਲ। ਮਾਛੀਵਾੜੇ ਦੇ ਵਿੱਚ ਆਪਾਂ ਦੇਖੀਏ ਕੀ ਕੁਛ ਹੁੰਦਾ, ਹਰ ਥਾਂ ਦੇ ਉੱਤੇ ਲੋਕ ਪਹੁੰਚਦੇ। ਹਵਾ ਨਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੈ, ਨਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ, ਨਾ ਅਕਾਲੀ ਦਲ ਦੇ ਹੱਕ ਵਿੱਚ ਹੈ। ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਜਿਹੜਾ ਵੋਟ ਬੈਂਕ ਦਾ ਸਾਰਾ ਉਹਦਾ ਵੋਟ ਬੈਂਕ ਉਹਦੇ ਕੋਲ ਪੱਕਾ ਵੋਟ ਬੈਂਕ ਇਹਨਾਂ ਕੋਲ ਵੀ ਹੈਗਾ, ਲੇਕਿਨ ਆਮ ਆਦਮੀ ਪਾਰਟੀ ਦੇ ਖਿਲਾਫ ਇਲਜ਼ਾਮ ਕੀ ਹੈ, ਬਸ ਆਹੀ ਹੈ ਵੀ ਇਕੱਠੇ ਨਹੀਂ ਰਹੇ ਬਸ, ਹੋਰ ਤਾਂ ਕੁਝ ਨਹੀਂ। ਬਾਕੀ ਤਾਂ ਉਹਨਾਂ ਕੋਲ ਕੁਛ ਨਹੀਂਗਾ। ਹੁਣ ਉਹਨਾਂ ਦੇ ਤਾਂ ਕਹਿੰਦੇ ਜੀ 10 ਸਾਲਾਂ ਦਾ ਰਿਕਾਰਡ ਉਹਨਾਂ ਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹ ਨਹੀਂ ਫੜੇ ਜੀ, ਉਹ ਇਹਨਾਂ ਨੂੰ ਕਹੀ ਜਾਂਦੇ ਕਿ ਤੁਸੀਂ ਕੀ ਕੀਤਾ। ਇਹ ਤਾਂ ਕਹਿਣਗੇ, ਤਾਂ ਆਮ ਆਦਮੀ ਪਾਰਟੀ ਵਾਲੇ ਤਾਂ ਫੇਰ ਕਹਿ ਦੇਣਗੇ ਵੀ ਜਿਹੜੇ ਉਹਨਾਂ ਨੇ ਕਾਂਗਰਸੀਆਂ ਨੇ ਭੇਜੇ ਸੀ ਉਹ ਆਪਦੇ ਮੋੜ ਦੇ, ਖੱਲਲ ਤਾਂ ਉਹੀ ਪਾਉਂਦੇ ਸੀ ਉਹ ਜਾਵੜੇ। ਇਹ ਵੀ ਗੱਲ ਹੈ ਨਾ ਵੀ ਖੱਲਲ ਪਾਉਣ ਵਾਲੇ ਤਾਂ ਬੰਦੇ ਭੱਜ ਗਏ। ਖੈਰੇ ਦਾ ਨਾਂ ਸਭ ਤੋਂ ਉੱਤੇ ਆਉਂਦਾ ਸੀ ਖੱਲਲ ਪਾਉਣ ਤੇ। ਬਿਲਕੁਲ ਠੀਕ ਹੈ ਨਾ ਜੀ। ਉਹ ਕਹਿੰਦੇ ਡੈਪੂਟੇਸ਼ਨ ਤੇ ਭੇਜੇ ਸੀ, ਲੈ ਲਏ ਉਹਨਾਂ ਨੇ ਵਾਪਸ ਲੈ ਲਏ, ਬਸ ਉੱਥੇ ਖੜਾ ਛੁੱਟ ਜੂ ਇਹਨਾਂ ਦਾ। ਤੇ ਜਲਿਆਂਵਾਲੇ ਬਾਗ ਦੀ ਗੱਲ ਆਪਾਂ ਠਹਿਰ ਕੇ ਕਰਦੇ ਹਾਂ। ਆਪਾਂ ਅਦਾਲਤ ਦੀ ਗੱਲ ਵੀ ਇੱਥੇ ਕੀਤੀ ਸੀ, ਸਾਰਾ ਕੁਝ ਵੀ ਹਾਈ ਕੋਰਟ, ਪਰ ਹਾਈ ਕੋਰਟ ਦੀ ਕਹਿੰਦੇ ਬੜੀ ਇੱਕ ਹੋਰ ਬੜੀ ਟਿੱਪਣੀ ਆ ਗਈ, ਕਹਿੰਦੇ ਵੀ ਜਿਹੜੇ ਪੁਲਿਸ ਆ ਉਹਨੂੰ ਕਹਿੰਦੇ ਸੱਤਾਧਾਰੀਆਂ ਦੇ ਥੱਲੇ ਤਾਂ ਲੱਗਣਾ ਹੀ ਪੈਂਦਾ ਵੀ ਜੋ ਮਰਜ਼ੀ ਹੋਵੇ। ਇਹ ਵਿਵਹਾਰਕ ਗੱਲ ਕਹੀ ਹੈ ਹਾਈ ਕੋਰਟ ਨੇ, ਹਾਂ ਕਾਨੂੰਨ ਵਾਲੀ ਗੱਲ ਨਹੀਂ ਹੈ। ਕਾਨੂੰਨ ਨਹੀਂ, ਵਿਵਹਾਰਕ ਹੈ। ਵਿਵਹਾਰਕ ਹੈ ਵੀ ਜਿਹੜੀ ਤਲਖ ਹਕੀਕਤ ਹੈ। ਅਸਲ 'ਚ ਹੋਇਆ ਕੀ ਜੀ ਕਿ ਜਸਟਿਸ ਤਿਆਗੀ ਉਹਨਾਂ ਨੇ ਸ਼ਾਇਦ ਕੱਲ੍ਹ ਰਿਟਾਇਰ ਹੋਣਾ ਸੀ ਜੀ, ਔਰ ਉਹਨਾਂ ਦੇ ਰਿਟਾਇਰ ਹੋਣ ਤੋਂ ਪਹਿਲਾਂ ਕਈ ਸਾਰੀਆਂ ਐਪਲੀਕੇਸ਼ਨਾਂ ਉਹਨਾਂ ਦੇ ਕੋਲੇ ਆ ਗਈਆਂ ਜੀ। ਇੱਕ ਤਾਂ ਐਪਲੀਕੇਸ਼ਨ ਜਿਹੜੀ ਹੈਗੀ ਹੈ ਰੀਕਾਲ ਦੀ ਜਿਹੜੀ ਐਪਲੀਕੇਸ਼ਨ ਪਾਈ ਸੀ ਕਿ ਜਿਹੜਾ ਉਹਨਾਂ ਦਾ ਪਹਿਲਾ ਹੁਕਮ ਸੀ ਉਸ ਹੁਕਮ ਨੂੰ ਮੁੜ ਵਿਚਾਰਿਆ ਜਾਵੇ, ਕਿਉਂਕਿ ਉਹਦੇ ਵਿੱਚ ਪਹਿਲੇ ਹੁਕਮ ਦੇ ਵਿੱਚ ਕੀ ਕਿਹਾ ਸੀ ਕਿ 2018 ਦੇ ਵਿੱਚ ਸੁਮੈਤ ਸਿੰਘ ਸੈਣੀ ਨੂੰ ਜਿਹੜੀ ਪ੍ਰੋਟੈਕਸ਼ਨ ਮਿਲੀ ਸੀ ਨਾ ਜੀ, ਉਹ ਪ੍ਰੋਟੈਕਸ਼ਨ ਚੱਲੀ ਜਾਂਦੀ ਹੈ, ਤੇ ਜਿਹੜਾ 11 ਨੰਬਰ FIR ਦੇ ਵਿੱਚ ਗ੍ਰਿਫਤਾਰ ਕੀਤਾ ਸੀ 18 ਅਗਸਤ ਨੂੰ ਉਹ ਗਲਤ ਕੀਤਾ ਹੈ ਜੀ। ਉਹ ਗੱਲ ਕਹੀ ਸੀਗੀ, ਤੇ ਉਹਦੇ ਆਧਾਰ ਦੇ ਉੱਤੇ ਹੀ ਫਿਰ ਪਟੀਸ਼ਨ ਦੇ ਵਿੱਚੋਂ ਪਟੀਸ਼ਨ ਅੱਗੇ ਨਿਕਲਦੀ ਹੈ। ਉਹਨਾਂ ਨੇ ਗਲਤ ਕੀਤੀ ਹੈ। ਪੰਜਾਬ ਸਰਕਾਰ ਨੇ ਜਾਂ ਵਿਜੀਲੈਂਸ ਬਿਊਰੋ ਨੇ ਜਿਹੜੀ ਪਾਈ ਹੈ ਰੀਕਾਲ ਜੀ ਐਪਲੀਕੇਸ਼ਨ, ਉਹ ਰੀਕਾਲ ਐਪਲੀਕੇਸ਼ਨ 'ਚ ਕੀ ਕਹਿੰਦੇ, ਉਹ ਕਹਿੰਦੇ ਜੀ ਜਿਹੜੀ ਸਰਕਾਰ ਨੇ ਪ੍ਰੋਟੈਕਸ਼ਨ ਦਿੱਤੀ ਸੀ ਉਹ ਦਿੱਤੀ ਸੀ ਕਿ ਜਿੱਦਣ ਸੁਮੈਤ ਸਿੰਘ ਸੈਣੀ ਭਰਤੀ ਹੋ ਗਏ ਸੀ, ਜੀ ਜੀ, ਭਰਤੀ ਹੋਣ ਤੋਂ ਲੈ ਕੇ ਰਿਟਾਇਰਮੈਂਟ ਤੱਕ, ਚਾਹੇ ਉਹ ਕਿਸੇ ਜ਼ਿਲ੍ਹੇ 'ਚ SSP ਰਹੇ ਹੈ ਜਾਂ ਕਿਤੇ ASP ਰਹੇ ਹੈ, ਤੇ ਚਾਹੇ ਉਹ ਪੰਜਾਬ ਪੁਲਿਸ ਦੇ DGP ਰਹੇ ਹੈ, ਤੇ ਚਾਹੇ ਉਹ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਰਹੇ ਜੀ, ਜੇ ਇਸ ਸਮੇਂ ਦੇ ਨਾਲ ਸੰਬੰਧਿਤ ਕੋਈ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਹੁੰਦਾ ਹੈ ਸਵਾਈ ਮੁਲਤਾਨੀ ਵਾਲੇ ਕੇਸ ਤੋਂ, ਜੇ ਕੋਈ ਕੇਸ ਰਜਿਸਟਰ ਹੁੰਦਾ ਤਾਂ ਉਹਦੇ 'ਚ ਗ੍ਰਿਫਤਾਰ ਕਰਨ ਤੋਂ ਪਹਿਲਾਂ ਸੁਮੈਤ ਸਿੰਘ ਸੈਣੀ ਨੂੰ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ ਜੀ। ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਸੁਮੈਤ ਸਿੰਘ ਸੈਣੀ ਜਿਹੜਾ 13 ਨੰਬਰ FIR ਦੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਵਿਜੀਲੈਂਸ ਬਿਊਰੋ ਦੇ ਹੈੱਡਕੁਆਟਰ 'ਚ ਗਿਆ ਸੀ ਜੀ, ਤੇ ਉੱਥੇ ਵਿਜੀਲੈਂਸ ਵਾਲਿਆਂ ਨੇ ਫੜ ਕੇ ਉਹਦੀ ਗ੍ਰਿਫਤਾਰੀ ਪਾਤੀ 11 ਨੰਬਰ 'ਚ ਜੀ। ਕਹਿੰਦੇ ਵੀ ਜਿਹੜੀ ਸਰਕਾਰ ਜਿਹੜੀ ਮਾਨਯੋਗ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਸੀ, ਮਾਨਯੋਗ ਹਾਈ ਕੋਰਟ ਦਾ ਜਿਹੜਾ ਹੁਕਮ ਸੀ ਪ੍ਰੋਟੈਕਸ਼ਨ ਦਾ, ਉਹਦੀ ਉਲੰਘਣਾ ਹੋਈ ਹੈ। ਉਹਨਾਂ ਨੇ ਇੱਕ ਤਾਂ ਐਪਲੀਕੇਸ਼ਨ ਇਹ ਪਈ ਸੀ ਜੀ, ਦੂਜੀ ਐਪਲੀਕੇਸ਼ਨ ਇਹ ਪਈ ਸੀਗੀ ਕਿ ਸੈਣੀ ਸਾਹਿਬ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਜੀ ਇਹਦੀ ਨਾ ਜਿਹੜੀ ਹੈਗੀ ਸੁਣਵਾਈ ਕਰ ਲਈਏ, ਅੱਜ ਹੀ ਸੁਣਵਾਈ ਕਰ ਦਿਓ ਜੀ। ਭਾਵ ਹੈ ਕਿ ਰਿਟਾਇਰ ਹੋਣ ਤੋਂ ਪਹਿਲਾਂ ਤਿਆਗੀ ਸਾਹਿਬ ਇਹਦਾ ਫੈਸਲਾ ਕਰ ਜਾਣ ਜੀ, ਕਿਉਂਕਿ ਤਿਆਗੀ ਸਾਹਿਬ ਨੇ ਪਹਿਲਾਂ ਇਹ 11 ਨੰਬਰ ਦੇ ਵਿੱਚ ਉਹਨਾਂ ਦੀ ਇਹ ਦਿੱਤੀ ਹੋਈ ਹੈ ਜੱਜਮੈਂਟ ਦਿੱਤੀ ਹੋਈ ਹੈ, ਉਹਨੂੰ ਇਹ ਸੀ ਕਿ ਉਸੇ ਜੱਜਮੈਂਟ ਦੇ ਆਧਾਰ ਦੇ ਉੱਤੇ ਤਿਆਗੀ ਸਾਹਿਬ ਮੈਨੂੰ ਕੋਈ ਨਾ ਕੋਈ ਬੈਨੀਫਿਟ ਦੇ ਦੇਣਗੇ। ਇੱਕ ਉਹਦੇ 'ਚ ਆ ਗਈ ਜੀ ਤੁਹਾਡੀ ਐਪਲੀਕੇਸ਼ਨ ਜਿਹਨੂੰ ਅਸੀਂ ਕਹਾਂਗੇ ਕੰਟੈਂਪਟ ਜੀ, ਅਦਾਲਤ ਦੀ ਹੱਦ ਤੱਕ ਕਰਨ ਦੀ ਆਪਣੀ ਐਪਲੀਕੇਸ਼ਨ ਜੀ ਜੀ। ਉਹ ਐਪਲੀਕੇਸ਼ਨ ਜਿਹੜੀ ਹੈ ਉਹ ਮਿਸਿਸ ਸੈਣੀ ਦੇ ਨਾਂ ਤੇ ਉਹਦੇ ਵਿੱਚ ਕੀ ਲਿਖਿਆ ਜੀ, ਉਹ ਕੰਟੈਂਪਟ ਦੇ ਵਿੱਚ ਇਹ ਲਿਖਿਆ ਕਿ ਜਦੋਂ ਸੈਣੀ ਹੋਰਾਂ ਦੀ ਉਹ ਬਹਿਸ ਚੱਲਦੀ ਸੀ, ਅੱਛਾ ਜੀ, ਬਹਿਸ ਚੱਲਦਿਆਂ ਜੇ ਫੈਸਲਾ ਆਉਣਾ ਸੀ, ਪਤਾ ਲੱਗ ਗਿਆ ਸੀ ਫੈਸਲਾ ਕੀ ਆਊਗਾ। ਮਾਨਯੋਗ ਜੱਜ ਸਾਹਿਬ ਨੇ ਕਹਿ ਦਿੱਤਾ ਸੀ ਹਾਈ ਕੋਰਟ ਦੇ ਨੇ ਕਿ ਜੀ ਮੈਨੂੰ ਆਹ ਫੈਸਲਾ ਦੇਣਾ ਹੀ ਪੈਣਾ, ਤੇ ਹਾਲੇ ਤੱਕ ਉਹ ਫੈਸਲਾ ਲਿਖਿਆ ਨਹੀਂ ਸੀ। ਜਵਾਨੀ ਕਲਾਮੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ, TV ਚੈਨਲਾਂ ਤੇ ਖਬਰਾਂ ਚੱਲਣ ਲੱਗ ਗਈਆਂ ਸੀ। ਉਦੋਂ ਵਿਜੀਲੈਂਸ ਬਿਊਰੋ ਦੇ ਇੱਕ DSP ਜਿਹੜੇ ਇਸ ਮਾਮਲੇ 'ਚ IO ਹੈ ਜੀ, ਮੇਰੇ ਖਿਆਲ ਮੁਤਾਬਕ ਹਰਵਿੰਦਰ ਪਾਲ ਸਿੰਘ ਉਹਨਾਂ ਦਾ ਨਾਮ ਹੈ।
ਹਰਵਿੰਦਰਪਾਲ ਸਿੰਘ ਹੋਰਾਂ ਨੇ ਇੱਕ ਆਫੀਸ਼ੀਅਲ ਈਮੇਲ ਜਿਹੜੀ ਹੈ ਜੱਜ ਸਾਹਿਬ ਨੂੰ ਭੇਜਤੀ। ਅੱਛਾ ਜੀ। ਭੇਜੀ ਉਹਨਾਂ ਨੇ ਚੀਫ ਜਸਟਿਸ ਨੂੰ ਹੂੰ। ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਅੱਛਾ ਜੀ। ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਗੱਲ ਦੂਜੀ ਸੁਣੀ ਜਾ ਰਹੀ ਹੈ, ਤੇ ਇਹਦੇ ਵਿੱਚ ਮਤਲਬ ਇਹ ਕੇਸ ਨੂੰ ਕਿਸੇ ਹੋਰ ਬੈਂਚ ਨੂੰ ਤਬਦੀਲ ਕਰ ਦਿੱਤਾ ਹੈ ਫੈਸਲਾ ਲਿਖਣ ਤੋਂ ਪਹਿਲਾਂ ਜੀ। ਇਹਨੂੰ ਉਹਨਾਂ ਨੇ ਕਹਿੰਦਾ ਦੇਖੋ ਜੀ ਤਾਂ ਅਦਾਲਤ ਦੀ ਹੱਦ ਤੱਕ ਹੈ, ਜੱਜ ਸਾਹਿਬ ਦੇ ਉੱਤੇ ਇਸ ਤਰ੍ਹਾਂ ਨਹੀਂ ਕੀਤੀ। ਕੱਲ ਫਿਰ ਜਦੋਂ ਆਈਆਂ ਸਾਰੀਆਂ ਪਟੀਸ਼ਨਾਂ, ਤਿਆਗੀ ਸਾਹਿਬ ਨੇ ਜਿਹੜੀ ਹੈਗੀ ਜੁਡੀਸ਼ਰੀ ਦਾ ਮਾਨ ਸਨਮਾਨ ਰੱਖਿਆ, ਉਹਨਾਂ ਨੇ ਕਹਿੰਦਾ ਜੀ ਮੈਂ ਕੋਈ ਨਹੀਂ ਸੁਣਵਾਈ ਕਰਨੀ। 9 ਸਤੰਬਰ ਨੂੰ ਪੰਜਾਬ ਸਰਕਾਰ ਦੀ ਐਪਲੀਕੇਸ਼ਨ ਇਹ ਵੀ 9 ਸਤੰਬਰ ਨੂੰ ਹੋਊ ਜੀ। 2018 ਵਾਲੀ ਹੈ ਉਹਦੀ ਵੀ 9 ਸਤੰਬਰ ਨੂੰ ਹੋਣੀ ਹੈ, ਉਹਦੀ ਵੀ ਹੈ। ਆ ਕੰਟੈਂਪਟ ਵਾਲੀ ਆ ਗਈ ਜੀ। ਇਹਦਾ ਕੀ ਕੀਤਾ ਜਾਵੇ? ਉਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਉਹ ਕਹਿੰਦੇ ਗੱਲ ਠੀਕ ਹੈ ਤੁਹਾਡੀ, ਤੁਸੀਂ ਇਹਨੂੰ ਕੰਟੈਂਪਟ ਕਹਿੰਦੇ ਹੋ, ਇਹਨੂੰ ਇਗਨੋਰ ਕਰ ਦੇਣਾ। ਕਰ ਰਹੇ ਮੈਂ ਕਿਉਂ ਕਰ ਰਹੇ ਹਾਂ ਜੀ? ਇਸ ਕਰਕੇ ਕਰ ਰਹੇ ਹਾਂ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਜੀ, ਸੱਤਾਧਾਰੀ ਪੁਲਿਸ ਵਾਲਿਆਂ ਨੂੰ ਹਦਾਇਤਾਂ ਦਿੰਦੇ ਹੈ ਤੇ ਪੁਲਿਸ ਵਾਲਿਆਂ ਨੂੰ ਆਪਣੀ ਹਕੂਮਤ ਦੀ ਹਦਾਇਤ ਮੰਨਣੀ ਪੈਂਦੀ ਹੈ, ਕਈ ਵਾਰੀ ਭਾਵੇਂ ਉਹ ਹਦਾਇਤ ਗਲਤ ਵੀ ਹੋਵੇ। ਜੀ ਜੀ ਜੀ। ਬਾਅਦ ਦੇ ਵਿੱਚ ਜਦੋਂ ਨਵੀਂ ਧਿਰ ਆ ਜਾਂਦੀ ਹੈ, ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹ ਆ ਜਾਂਦੇ, ਤੇ ਫਿਰ ਉਹ ਆ ਕੇ ਨੱਟ ਕੱਸਣੇ ਸ਼ੁਰੂ ਕਰ ਦਿੰਦੇ। ਫਿਰ ਉਹਨਾਂ ਅਫਸਰਾਂ ਦੇ ਉੱਤੇ ਕਸਾਈ ਹੁੰਦੀ ਹੈ। ਹੁਣ ਜਿਵੇਂ ਸੁਮੇਧ ਸਿੰਘ ਸੈਣੀ ਕਹਿੰਦਾ, ਜੀ ਜੀ, ਸੁਮੇਧ ਸਿੰਘ ਸੈਣੀ ਨੇ ਇਹੀ ਗੱਲ ਕਹੀ ਹੈ ਕਿ ਜੀ ਮੈਂ ਇੱਕ ਕੇਸ ਰਜਿਸਟਰ ਕੀਤਾ ਸੀ ਮੇਰੀ ਵਿਜੀਲੈਂਸ ਬਿਊਰੋ ਨੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਦੇ ਖਿਲਾਫ ਜੀ। ਔਰ ਮੀਡੀਆ ਐਡਵਾਈਜ਼ਰ ਦੀ ਜਿਹੜੀ ਹੈਗੀ ਹੈ ਅਰੈਸਟ ਵੀ ਹੋਈ ਸੀ ਔਰ ਬੜੇ ਕਿੱਸੇ ਚੱਲਦੇ ਰਹੇ ਕਿ ਉਹਨਾਂ ਨੂੰ ਜੀ ਤੰਗ ਪਰੇਸ਼ਾਨ ਵੀ ਕੀਤਾ ਸੀ। ਇਹ ਸਾਰੀਆਂ ਗੱਲਾਂ ਆਉਂਦੀਆਂ ਰਹੀਆਂ ਹਾਂਜੀ ਵੀ ਮੇਰੇ ਖਿਲਾਫ ਜਿਹੜਾ ਹੈਗਾ ਜੀ ਉਹਦਾ ਕਰਕੇ ਸਰਕਾਰ ਇਹ ਕੰਮ ਕਰਦੀ ਹੈ। ਅੱਛਾ ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਨੇ ਤਾਂ ਇਲਜ਼ਾਮ ਹੀ ਲਾਤਾ ਸੀ ਕਿ ਜਿਹੜੇ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਜੀ, ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਜਿਹੜੀ ਹੈਗੀ ਉਹਨਾਂ ਨੇ ਇੱਕ ਮੀਡੀਆ ਐਡਵਾਈਜ਼ਰ ਦਾ ਨਾਂ ਲੈਤਾ, ਇੱਕ ਐਡਵਾਈਜ਼ਰ ਦਾ ਨਾਂ ਲੈਤਾ ਸੀ ਕੈਪਟਨ ਸਾਹਿਬ ਦਾ, ਕਿ ਉਹਨਾਂ ਤੋਂ ਹਦਾਇਤਾਂ ਮਿਲਦੀਆਂ। ਬਿਲਕੁਲ ਠੀਕ ਹੈ। ਉਹਨਾਂ ਨੇ ਗੱਲ ਕੀਤੀ ਸੀ ਆ ਵੀ ਆਹ ਗੱਲ ਹੈ। ਉਹ ਫਿਰ ਉਹ ਇੱਕ ਕਿਸਮ ਦੀ ਉਹ ਮਿਸਾਲ ਬਣਦੀ ਹੈ ਨਾ ਕਿ ਭਾਈ ਉਦੋਂ ਸਰਕਾਰ ਤੁਹਾਡੀ ਸੀ ਜੀ। ਜਿਸ ਸਰਕਾਰ ਨੇ ਤੁਹਾਨੂੰ ਲਾਇਆ ਸੀ, ਸੈਣੀ ਸਾਹਿਬ ਤੁਹਾਨੂੰ ਹੁਕਮ ਦਿੱਤਾ ਤੇ ਤੁਸੀਂ ਵੀ ਉੱਥੇ ਫਿਰ ਧੱਕਾ ਕੀਤਾ। ਬੰਦਾ ਤਾਂ ਬਰੀ ਹੋ ਗਿਆ ਉਹਨਾਂ ਕੇ ਸਾਥ, ਬਿਲਕੁਲ ਉਹਦਾ ਤਾਂ ਕੋਈ ਕਸੂਰ ਨਹੀਂ। ਜੋ ਬਰੀ ਹੋ ਗਿਆ ਤੇ ਇਹਦਾ ਮਤਲਬ ਹੈ ਵੀ ਉਹ ਬੇਦੋਸ਼ ਹੈ। ਔਰ ਹੁਣ ਜਿਹੜਾ ਹੈਗਾ ਹਰਵਿੰਦਰਪਾਲ ਸਿੰਘ ਹੈ, ਤੇ ਜੇ ਹੁਣ ਤੂੰ ਕੱਲ ਨੂੰ ਹਰਵਿੰਦਰਪਾਲ ਸਿੰਘ ਨੂੰ ਵੀ ਇਹ ਦਿਨ ਦੇਖਣੇ ਪੈ ਸਕਦੇ। ਬਿਲਕੁਲ। ਅੱਜ ਜੇ ਮੌਕੇ ਦੀ ਸਰਕਾਰ ਕਹਿੰਦੀ ਫੜ ਕੇ ਲੈ ਕੇ ਆਓ, ਤੁਸੀਂ ਦੇਖੀ ਹੋਣੀ ਇੱਕ ਵੀਡੀਓ ਘੁੰਮ ਰਹੀ ਹੈ। ਉਹ ਆ ਗਈ, ਆਪਣੇ ਵੀ ਪਾਈ ਵੀ ਆ ਉਹਦੇ ਵਿੱਚ, ਜੇ ਲੈ ਕੇ ਆਉਂਦੇ ਵਿਜੀਲੈਂਸ ਵਾਲੇ ਤੇ ਸਾਰੇ। ਉਹ ਵਿਜੀਲੈਂਸ ਵਾਲੇ ਹੁਣ ਪਤਾ ਲੱਗਿਆ ਵੀ ਅਸਲ 'ਚ ਕਹਾਣੀ ਕੀ ਹੈ। ਉਹ ਜਿਹੜੀ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਵੀ 8 ਵਜੇ 8:30 ਵਜੇ ਜੋ ਸੈਣੀ ਉੱਥੇ ਜਾਂਦੇ ਆ ਵਿਜੀਲੈਂਸ ਬਿਊਰੋ ਦੇ ਹੈੱਡਕੁਆਟਰ 'ਚ, ਉਹ ਹੈੱਡਕੁਆਟਰ ਜਾਂਦੇ, ਥਾਣੇ ਨਹੀਂ ਜਾਂਦੇ। ਹੈੱਡਕੁਆਟਰ ਜਾ ਕੇ ਉਹ ਜਿਹੜਾ ਸੰਤਰੀ ਖੜੋਤਾ ਉਹਨੂੰ ਕਹਿੰਦੇ ਵੀ ਆ ਅਸੀਂ ਹੁਕਮ ਲੈ ਕੇ ਆਏ ਹਾਈ ਕੋਰਟ ਦਾ, ਮੈਂ ਸ਼ਾਮਲ ਤਫਤੀਸ਼ ਹੋਣਾ ਤੇ ਆ ਲੈ ਮੇਰਾ ਆ ਤੂੰ ਹੁਕਮ ਫੜ ਲੈ, ਟੇਕ ਓਵਰ ਕਰ ਲੈ। ਉਹਨਾਂ ਦਾ ਵਕੀਲ ਜਿਹੜਾ ਹੈਗਾ ਨਾਲ ਦੀ ਨਾਲ ਜਿਹੜੀ ਉਹ ਫੋਟੋਆਂ ਖਿੱਚ ਰਿਹਾ। ਸੈਣੀ ਹੋਰਾਂ ਦੇ ਲਈ ਹੈ ਸਿਰ ਦੇ ਉੱਤੇ ਟੋਪੀ, ਪਹਿਲਾਂ ਉਹਨਾਂ ਦੇ ਮੂੰਹ ਤੇ ਰੁਮਾਲ ਬੰਨਿਆ, ਫਿਰ ਉਹਨਾਂ ਨੇ ਮੂੰਹ ਤੇ ਰੁਮਾਲ ਵੀ ਲਾਤਾ ਵੀ ਪਤਾ ਲੱਗ ਜੇ ਵੀ ਹਾਂ ਇਹ ਹੈ। ਉੱਥੋਂ ਕਹਿ ਕੇ ਉੱਤਰ ਚਲੇ ਗਏ, ਗੱਡੀਆਂ 'ਚ ਬੈਠਣਾ ਹੁਣੇ ਅਗਾਂਹ ਫੋਰਟਸ ਦੇ ਕੋਲੇ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਆ ਕੇ ਬੰਦਾ ਮੁੜ ਚੱਲਿਆ। ਹਾਲਾਂਕਿ ਸੈਣੀ ਆਪ ਡਾਇਰੈਕਟਰ ਹੈ, ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਉੱਥੇ ਰਾਤ ਨੂੰ ਕੋਈ ਹੁੰਦਾ ਨਹੀਂ। ਉਹ ਜਦੋਂ ਆਪਣੀ ਗੱਡੀ 'ਚ ਬੈਠ ਲਗੇ ਤੇ ਉਹ ਜਾਂਦੇ ਰਹੇ, ਜਾ ਕੇ ਕਹਿੰਦੇ ਜੀ ਗੱਲਾਂ ਗੁੱਲਾਂ ਜਿਹੀਆਂ ਕਰਨ ਵੀ ਹਾਂਜੀ ਕਿਵੇਂ ਜੀ ਤੁਸੀਂ ਕੰਮ ਕਰਦੇ। ਦੋਨਾਂ ਨੇ ਫਿਰ ਬਾਹਾਂ ਫੜ ਲਈਆਂ, ਇੱਕ ਬਾਂਹ ਇਧਰੋਂ ਤੇ ਕੋ ਫੜ ਕੇ ਲਿਆ ਕੇ ਫਿਰ ਹਵਾਲਾ 'ਚ ਦਿੱਤਾ। ਉਹ ਚੀਜ਼ ਜਿਹੜੀ ਹੈਗੀ ਕਿਉਂਕਿ ਫਿਰ ਉਹ ਡਿੱਗ ਪਿਆ ਅੰਦਰ ਤਾਂ ਚਲੋ ਗਸ਼ ਖਾ ਗਿਆ ਬੰਦਾ, ਉਹ ਤਾਂ ਕਿਉਂਕਿ ਇਹ ਦਾਣੇ ਵਾਲੀ ਸਾਹਿਬ ਇੰਨੇ ਦਲੇਰ ਨਹੀਂ ਨਾ ਹੁੰਦੇ, ਦਲੇਰ ਨਹੀਂ ਹੁੰਦੇ। ਜਿਹੜੀ ਚੀਜ਼ ਤੁਸੀਂ ਚਿੱਤ ਵੀ ਨਾ ਹੋਵੇ, ਤੁਸੀਂ ਜ਼ਿੰਦਗੀ ਸੋਚਿਆ ਨਾ ਹੋਵੇ ਕਿ ਮੈਨੂੰ ਆਹ ਦੇਖਣੇ ਪੈ ਜਾਣਗੇ, ਜੋ ਚਿਤਨਾ ਚੇਤੇ ਜਹਾਂ ਚਿਤਨਾ ਚੇਤੇ ਬੰਦਾ ਕਦੇ ਸੋਚ ਸਕਦਾ ਡੀਜੀਪੀ ਵੀ ਮੈਨੂੰ ਹਵਾਲਾ 'ਚ ਜਾਣਾ ਪਊਗਾ। ਇਹ ਤਾਂ ਵੇਖਣਾ ਪੈਣਾ ਨਾ। ਫਿਰ ਇਸ ਕਰਕੇ ਵਿਰਕ ਸਾਹਿਬ ਨਾਲ ਵੀ ਇਹੀ ਹੋਇਆ ਸੀ। ਹਾਂਜੀ ਹਾਂ, ਉਹ ਫਿਰ ਉਹ ਜਿਹੜੀ ਚੀਜ਼ ਹੈਗੀ ਹੈ ਉਹਦਾ ਕਰਕੇ ਜੱਜ ਸਾਹਿਬ ਨੇ ਗੱਲ ਕਹੀ ਹੈ ਵੀ ਭਾਈ ਕੋਈ ਗੱਲ ਨਹੀਂ, ਇਹ ਕੋਈ ਕੰਟੈਂਪਟ ਵਾਲੀ ਗੱਲ ਨਹੀਂ ਬਣਦੀ, ਉਹ ਹੁਕਮ ਦੇ ਗੁਲਾਮ ਹੈ, ਜਿਵੇਂ ਸਰਕਾਰਾਂ ਕਹਿੰਦੀਆਂ ਉਹਨਾਂ ਨੂੰ ਕਰਨਾ ਪੈਂਦਾ ਜੀ। ਇਹ ਵਿਵਹਾਰਕ ਗੱਲ ਹੈ, ਵੈਸੇ ਕਾਨੂੰਨ 'ਚ ਨਹੀਂ ਹੈ, ਕਾਨੂੰਨ 'ਚ ਨਹੀਂ ਹੈ। ਤੁਸੀਂ ਗਲਤ ਕੰਮ ਕਰੋ। ਬਿਲਕੁਲ। ਤੇ ਜਲਿਆਂਵਾਲੇ ਬਾਗ ਤੇ ਵੀ ਸਿਆਸਤ ਹੋ ਗਈ ਜੀ ਫਿਰ? ਬਿਲਕੁਲ ਜੀ, ਸਿਆਸਤ ਹੋਣੀ ਵੀ ਚਾਹੀਦੀ ਸੀ ਕਿਉਂਕਿ ਵੱਡੀ ਗੱਲ ਇਹ ਹੈ ਕਿ ਇਹ ਆਮ ਤੌਰ ਦੇ ਉੱਤੇ ਪ੍ਰਚਲਿਤ ਕਥਨ ਹੈ ਜੀ ਤੇ ਹਕੀਕਤ ਵੀ ਹੈ ਕਿ ਜਦੋਂ ਤੁਸੀਂ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ, ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ, ਉਹਦਾ ਇਤਿਹਾਸ ਖਤਮ ਕਰ ਦਿਓ। ਉਹਦਾ ਇਤਿਹਾਸ ਖਤਮ ਕਰ ਦਿਓ ਤੇ ਆਟੋਮੈਟਿਕਲੀ ਉਹਦੇ ਜਦੋਂ ਇਤਿਹਾਸ ਹੀ ਨਾ ਰਹਿ ਕੀ ਕਰੋਗੇ। ਜਲਿਆਂਵਾਲਾ ਬਾਗ ਇੱਕ ਅਜਿਹਾ ਕਾਂਡ ਹੋਇਆ ਸੀ ਜਿਸ ਕਾਂਡ ਨੇ ਅਸਲ ਦੇ ਵਿੱਚ ਜੇ ਆਪਾਂ ਦੇਖੀਏ, ਮਹਾਤਮਾ ਗਾਂਧੀ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਆਏ ਤੇ ਮਹਾਤਮਾ ਗਾਂਧੀ ਨਵਾਂ ਆਇਆ ਸੀ ਦੱਖਣੀ ਅਫਰੀਕਾ 'ਚੋਂ। ਉਦੋਂ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹ ਜਨਤਕ ਨਹੀਂ ਸੀ ਹੋ ਸਕਦੀ। ਅੱਛਾ ਜੀ। ਉਹ ਜਨਤਕ ਮੂਵਮੈਂਟ ਨਹੀਂ ਚੱਲੀ ਸੀ। ਜਨਤਕ ਮੂਵਮੈਂਟ ਜਿਹੜੀ ਚੱਲੀ ਸੀਗੀ, ਜੇ ਆਪਾਂ ਕਹਿ ਦਈਏ, ਉਹ ਵੀ ਜਨਤਕ ਨਹੀਂ ਸੀਗੀ। ਬਬਰ ਜਿਹੜੀ ਸੀ ਗਦਰ ਪਾਰਟੀ ਵਾਲੀ ਜਾਂ ਬੱਬਰ ਅਕਾਲੀ ਸੀ, ਗਦਰ ਪਾਰਟੀ ਵਾਲੇ, ਉਹ ਵੀ ਆਪਣੇ ਇਨਫਰਾਦੀ ਵਿਅਕਤੀਗਤ ਐਕਸ਼ਨ ਕਰਦੇ ਹੁੰਦੇ ਸੀ ਕਿ ਆਹ ਬੰਦੇ ਨੂੰ ਸੋਧਾ ਲਾ ਦਿਓ ਤੇ ਇਹਨੂੰ ਸੋਧਾ ਲਾ ਦਿਓ।
ਜਲਿਆਂਵਾਲੇ ਬਾਗ ਦੇ ਵਿੱਚ ਜੋ ਕੁਝ ਹੋਇਆ ਉਹ ਤੋਂ ਬਾਅਦ ਜੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸਾ ਪੈਦਾ ਹੋਇਆ ਤੇ ਉਸ ਗੁੱਸੇ ਦਾ ਨਤੀਜਾ ਇਹ ਹੋਇਆ ਸੀ ਕਿ ਅੰਗਰੇਜ਼ਾਂ ਨੂੰ ਇਸ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਇੱਕ ਜਨਤਕ ਮੂਵਮੈਂਟ ਜਿਹਨੂੰ ਆਪਾਂ ਲੋਕ ਲਹਿਰ ਕਹਿ ਦਿੰਦੇ ਹਾਂ, ਲੋਕ ਲਹਿਰ ਸ਼ੁਰੂ ਹੋ ਗਈ ਸੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸਿੱਧੇ ਤੌਰ ਦੇ ਉੱਤੇ ਉਹਦੇ ਨਾਲ ਕੋਈ ਤਾਲੁਕ ਨਹੀਂ ਜੀ। ਸ਼ਹੀਦ ਆਜ਼ਮ ਭਗਤ ਸਿੰਘ ਛੋਟੀ ਉਮਰ ਦਾ ਹੀ ਸੀ, 23 ਸਾਲ ਦੀ ਉਮਰ ਦੇ ਵਿੱਚ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੀ ਹੋ ਗਈ ਹੈ ਜੀ। ਜਦੋਂ ਉਹ ਉੱਥੇ ਜਾਂਦੇ ਆ ਤੇ ਜਲਿਆਂਵਾਲੇ ਬਾਗ ਦੇ ਮਤਲਬ ਸਾਕਾ ਤਾਂ ਪੜ੍ਹਿਆ ਤਾਂ ਸੀ, ਅਖਬਾਰਾਂ 'ਚ ਆ ਗਿਆ ਸੀ, ਖਬਰਾਂ 'ਚ ਆ ਗਿਆ ਸੀ। ਪਰਿਵਾਰ ਉਹਨਾਂ ਦਾ ਜਿਹੜਾ ਦੇਸ਼ ਭਗਤੀ ਨਾਲ ਜੁੜਿਆ ਹੋਇਆ ਸੀ ਔਰ ਪਰਿਵਾਰ ਦੇ ਵਿੱਚੋਂ ਸਾਰੀਆਂ ਸੂਚਨਾਵਾਂ ਮਿਲਦੀਆਂ ਸੀ। ਕਹਿੰਦੇ ਵੀ ਭਗਤ ਸਿੰਘ ਹੋਰਾਂ ਨੇ ਉੱਥੋਂ ਮਿੱਟੀ ਚੱਕੀ ਸੀ ਜੀ ਤੇ ਮਿੱਟੀ ਨੂੰ ਇੱਕ ਗਠੜੀ ਦੇ ਵਿੱਚ ਬੰਨ੍ਹ ਕੇ, ਇੱਕ ਲੀਰ ਦੇ ਵਿੱਚ ਬੰਨ੍ਹ ਕੇ ਉਹਨਾਂ ਨੇ ਤਾਂ ਜ਼ਿੰਦਗੀ ਆਪਣੇ ਘਰ ਦੇ ਵਿੱਚ ਰੱਖਿਆ ਸੀ ਕਿ ਇਹ ਜਿਹੜੀ ਕੁਰਬਾਨੀ ਆ ਭੁਲਾਈ ਨਹੀਂ ਜਾ ਸਕਦੀ ਜੀ। ਤੇ ਜੇ ਆਪਾਂ ਦੇਖੀਏ ਊਧਮ ਸਿੰਘ ਹੋਰਾਂ ਨੇ ਜਨਰਲ ਡਾਇਰ ਨੂੰ ਜਾ ਕੇ ਕਿੱਥੇ ਦੀ ਕਿੱਥੇ ਜਿਹੜੇ ਜਦੋਂ ਪਿੱਛਾ ਕਰਦੇ ਗਏ ਸੀ ਤੇ ਉਡਵਾਇਰ ਨੂੰ ਮਾਰ ਦਿੱਤਾ ਸੀ ਲੰਡਨ ਦੇ ਵਿੱਚ ਜੀ। ਇਹ ਸਾਰਾ ਕੁਛ ਇੱਕ ਇਤਿਹਾਸ ਬਹੁਤ ਵੱਡਾ ਹੈ। ਹੁਣ ਉਹ ਇਹ ਵੀ ਜਿਹੜੀ ਜਿੱਥੇ ਜਿਹੜੀ ਆਉਂਦੀ ਹੈ ਤੁਹਾਡੀ ਜਲਿਆਂਵਾਲੇ ਬਾਗ ਨੂੰ ਜਿਨ੍ਹਾਂ ਲੋਕਾਂ ਨੇ ਗਏ ਆ, ਤੁਸੀਂ ਗਏ ਹੋ, ਮੈਂ ਗਿਆ, ਆਪਾਂ ਦੇਖਿਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਆਪਾਂ ਵੜਦੇ ਆ ਨਾ, ਉਹ ਗਲੀ ਬੜੀ ਤੰਗ ਹੈ। ਹਾਂ ਬਿਲਕੁਲ ਬਿਲਕੁਲ, ਉਹੀ ਸ਼ੁਰੂ ਤੋਂ ਇਤਿਹਾਸ ਸੀ ਉਹਦਾ। ਉਹ ਤੰਗ ਗਲੀ ਹੈ, ਉਸ ਤੰਗ ਗਲੀ ਦੇ ਰਾਹੀਂ ਉੱਥੇ ਗੱਡੀਆਂ ਨਹੀਂ ਅੰਦਰ ਆ ਗਿਆ ਨਾ। ਜਨਰਲ ਡਾਇਰ ਆਪਣੇ ਫੌਜੀਆਂ ਨੂੰ ਲੈ ਕੇ ਜਾਂ ਆਪਣੇ ਜਿਹੜੇ ਹਥਿਆਰਬੰਦ ਰਸਤਾ ਸੀ ਉਹਨੂੰ ਲੈ ਕੇ ਪੈਦਲ ਆਇਆ ਸੀ। ਉੱਥੋਂ ਲੰਘਣ ਨਹੀਂ ਦਿੱਤਾ ਕਿਸੇ ਨੂੰ, ਰਸਤਾ ਵੀ ਇੱਕ ਹੀ ਸੀ। ਪਰਲੇ ਪਾਸੇ ਜਾ ਕੇ ਰਸਤਾ ਬੰਦ ਕਰਕੇ ਪਰਲੇ ਪਾਸੇ ਖੜ ਕੇ ਜਾ ਕੇ ਉਹਨਾਂ ਨੇ ਬੜੀ ਬੇਦਰਦੀ ਦੇ ਨਾਲ ਗੋਲੀਆਂ ਚਲਾਈਆਂ ਤੇ ਲੋਕਾਂ ਨੂੰ ਮਾਰਿਆ ਜੀ। ਉਹਦੇ ਤੇ ਜਿਹੜੀਆਂ ਹੈਗੀਆਂ ਇੱਟਾਂ, ਉਹ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਸੀ। ਪਿਛਲੇ 1.5-2 ਸਾਲਾਂ ਤੋਂ ਜਲਿਆਂਵਾਲੇ ਬਾਗ ਨੂੰ ਬੰਦ ਕੀਤਾ ਹੋਇਆ ਸੀ। ਕਹਿੰਦੇ ਜੀ ਉਸਾਰੀ ਚੱਲ ਰਹੀ ਹੈ, ਹਾਂਜੀ, ਕੰਸਟਰਕਸ਼ਨ ਚੱਲ ਰਹੀ ਹੈ, ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅੰਦਰ ਕੀ ਹੋਈ ਹੈ। ਹੁਣ ਜਦੋਂ ਉਹਨੂੰ ਖੋਲਤਾ ਤੇ ਲੋਕਾਂ ਨੇ ਜਾ ਕੇ ਦੇਖਿਆ ਵੀ ਆਹ ਕੀ ਹੋ ਗਿਆ। ਉਹਦਾ ਸਾਰਾ ਕੁਝ ਹੀ ਬਦਲਤਾ। ਜਿਹੜੀ ਉਹ ਤੰਗ ਗਲੀ ਹੈ, ਉਸ ਤੰਗ ਗਲੀ ਦੇ ਵਿੱਚ ਲਾਤੀਆਂ ਜੀ ਮੂਰਤੀਆਂ ਲਾਤੀਆਂ। ਉਹ ਮੂਰਤੀਆਂ ਕੋਈ ਕਿਸੇ ਰੂਪ ਦੇ ਵਿੱਚ ਖੜਾ, ਕੋਈ ਕਿਸੇ ਰੂਪ ਦਾ ਖੜਾ, ਜਿਹੜੀਆਂ ਉਹ ਨਾਨਕਸ਼ਾਹੀ ਇੱਟਾਂ ਜਿਹੜੀਆਂ ਨਿਸ਼ਾਨੀਆਂ, ਉਹ ਸਾਰਾ ਕੁਝ ਖਤਮ ਹੈ ਜੀ, ਉਹ ਢੱਕਤੀਆਂ। ਇਸੇ ਤਰੀਕੇ ਜਿਹੜਾ ਇਹ ਤਾਂ ਫਿਰ ਇਸੇ ਕੰਮ ਤੇ ਆ ਗਿਆ ਨਾ, ਫਿਰ ਇਹ ਇਤਿਹਾਸ ਨੂੰ ਤਾਂ ਫਿਰ ਰੀਰਾਈਟ ਹੀ ਕਰ ਰਹੇ ਆ। ਜਿਹੜਾ ਖੂਹ ਹੈ, ਖੂਹ ਨੂੰ ਜਿਹੜਾ ਹੈਗਾ ਉਹਦੇ ਤੇ ਸ਼ੀਸ਼ਾ ਲਾ ਕੇ, ਮਤਲਬ ਉਹਦੇ ਕਰਕੇ ਤੇ ਸ਼ੀਸ਼ਾ ਲਾ ਕੇ ਉਹਨੂੰ ਪਾਰਦਰਸ਼ੀ ਕਰਤਾ। ਜਿਹੜੇ ਖੂਹ ਦੇ ਵਿੱਚ ਸੈਂਕੜੇ ਬੰਦੇ ਆ ਜਿਹੜੇ ਉਹਨਾਂ ਨੇ ਛਾਲਾ ਮਾਰ ਕੇ ਆਪਣਾ ਮਤਲਬ ਜਿਹੜਾ ਬੰਦੇ ਨੇ ਐਂ ਦੇਖਣਾ ਸੀ ਵੀ ਇਹਦੇ ਗਿਆ, ਉਹ ਵੀ ਗਈ, ਉਹ ਵੀ ਗੱਲ ਗਈ। ਫਿਰ ਉੱਥੇ ਜਿਹੜੀਆਂ ਹੈਗੀਆਂ ਲਾਈਟਾਂ ਲਾਤੀਆਂ, ਸਾਊਂਡ ਐਂਡ ਲਾਈਟ। ਚਲੋ ਲਾਈਟ ਐਂਡ ਸਾਊਂਡ ਦਾ ਇਤਿਹਾਸ ਦਾ ਪਤਾ ਲੱਗ ਜੇ, ਉਹ ਵੱਖਰੀ ਗੱਲ ਹੈ, ਪਰ ਉੱਥੇ ਰੰਗ ਬਰੰਗੀਆਂ ਲਾਈਟਾਂ ਹੋਣੀਆਂ, ਉੱਥੇ ਜਿਹੜਾ ਹੈਗਾ ਉਹਨੂੰ ਉਹ ਕੋਈ ਖੁਸ਼ੀ ਵਾਲੀ ਚੀਜ਼ ਤਾਂ ਨਹੀਂ ਨਾ, ਪਿਕਨਿਕ ਸਪੌਟ ਥੋੜਾ। ਉੱਥੇ ਤਾਂ ਲੋਕ ਨੰਗੇ ਪੈਰੀ ਜਾਂਦੇ ਢਿੱਲੋਂ ਸਾਹਿਬ, ਮੈਂ ਤਾਂ ਬਿਲਕੁਲ ਨੰਗੇ ਪੈਰੀ ਜਾਂਦੇ ਆ। ਅਕੀਦਤ ਭੇਟ ਕਰਦੇ ਉਹਨਾਂ ਜਿਹੜੇ ਉਹਨਾਂ ਦੇ ਵਿੱਚੋਂ ਸਾਰੇ ਲੋਕਾਂ ਦਾ ਤਾਂ ਹਲੇ ਇਹ ਵੀ ਨਹੀਂ ਪਤਾ ਕਿੰਨੇ ਲੋਕ ਸ਼ਹੀਦ ਹੋਏ ਆ। ਮੈਂ ਅਮਰਿੰਦਰ ਸਿੰਘ ਦੀ ਉਹਦੇ ਰਾਤ ਜਿਹੜੀ ਆ, ਜਦੋਂ ਇਹਨੇ ਵਰਚੁਅਲੀ ਵਿੱਚ ਪਾਰਟੀਸਪੇਟ ਕੀਤਾ, ਉਦੋਂ ਮੈਂ ਅਮਰਿੰਦਰ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਜਿੰਨੀਆਂ ਗੋਲੀਆਂ ਚੱਲੀਆਂ, ਇਹ ਤਾਂ ਵੀ ਇੱਕ ਗੋਲੀ ਨਾਲ ਇੱਕ ਬੰਦਾ ਮਰਿਆ। ਪੱਕੀ ਰਾਈਫਲ ਦੀਆਂ ਗੋਲੀਆਂ, ਪੱਕੀ ਰਾਈਫਲ ਤਾਂ 2 ਬੰਦੇ ਵੀ ਸਿੱਟ ਲੈਂਦੀ ਸੀ। ਨੇੜੇ ਜਿੱਥੇ ਹਜ਼ਾਰਾਂ ਬੰਦੇ ਸੀ, ਕਿੰਨੇ ਬੰਦੇ ਮਰੇ ਪਤਾ ਨਹੀਂ, ਕਿੰਨੇ ਕੁ ਬੰਦਿਆਂ ਦੀ ਗਿਣਤੀ ਹੋਈ ਹੈ। ਇਹਨਾਂ ਨੇ ਜੀ ਸਾਰਾ ਕੁਝ ਕਰਾ ਕੇ ਮੋਦੀ ਸਾਹਿਬ ਨੇ ਕਹਿਤਾ, ਆ ਲਓ ਜੀ, ਅਸੀਂ ਤੁਹਾਨੂੰ ਭੇਂਟ ਕਰਤਾ। ਇਹਦੇ ਤੇ ਹੁਣ ਦਾਨੇਵਾਲੀਆ ਸਾਹਿਬ ਇੱਕ ਤਾਂ ਇੰਗਲੈਂਡ ਦਾ ਵਿਦਵਾਨ ਹੈ ਕੋਈ ਜੀ, ਇੰਗਲੈਂਡ ਦਾ ਇਤਿਹਾਸਕਾਰ ਹੈ। ਉਹਨੇ ਕਿਹਾ ਕਿ ਕਰੂਰਤਾ ਜਿਹੜੀ ਸੀ ਹਾਕਮਾਂ ਨੇ ਕੀਤੀ ਵੇਲੇ ਦੇ ਨੇ, ਉਸ ਕਰੂਰਤਾ ਦੇ ਸਬੂਤ ਖਤਮ ਕਰ ਸਰਕਾਰ ਨੇ। ਦੂਜੇ ਐਸ ਇਰਫਾਨ ਹਬੀਬ ਹੈ, ਬੜੇ ਵੱਡੇ ਇਤਿਹਾਸਕਾਰ ਹੈ। ਉਹ ਹਰ ਸਾਲ ਦੂਜੇ ਤੀਜੇ, ਹੁਣ ਬਜ਼ੁਰਗ ਹੋ ਗਏ, ਦੂਜੇ ਤੀਜੇ ਸਾਲ ਜਾਂਦੇ ਆ ਉੱਥੇ। ਉਹ ਜਾ ਕੇ ਕਹਿੰਦੇ ਵੀ ਅਸੀਂ ਬੜੀ ਉੱਥੇ ਜਾ ਕੇ ਇਨਸਪੀਰੇਸ਼ਨ ਲੈਂਦੇ ਹੁੰਦੇ ਸੀ, ਉਹ ਵੀ ਖਤਮ ਕਰਤੀ, ਪ੍ਰੇਰਨਾ ਲੈਂਦੇ ਹੁੰਦੇ ਸੀ। ਸਾਡੀਆਂ ਨਵੀਆਂ ਪੀੜ੍ਹੀਆਂ ਜਾ ਕੇ ਪ੍ਰੇਰਨਾ, ਹੁਣ ਨਵੀਆਂ ਪੀੜ੍ਹੀਆਂ ਜਦੋਂ ਉੱਥੇ ਜਾਣਗੀਆਂ। ਗੱਲ ਤਾਂ ਸਿੱਧੀ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਤੁਸੀਂ ਕਿਤਾਬ 'ਚ ਕੀ ਪੜ੍ਹੋਗੇ? ਹਾਂ ਵੀ ਉੱਥੇ ਬੰਦ ਗਲੀ ਸੀ, ਆਹ ਇੱਟਾਂ ਸੀ। ਹੁਣ ਕਿਤਾਬ ਝੂਠੀ ਕਰਤੀ, ਕਿਤਾਬ ਜਿਹੜੀ ਹੈਗੀ ਆ ਇਤਿਹਾਸ ਝੂਠਾ ਹੋ ਗਿਆ। ਜਦੋਂ ਤੁਸੀਂ ਮਤਲਬ ਸਬੂਤ ਮਿਟਾਤੇ। ਸਬੂਤ ਮਿਟਾਉਣਾ ਇੱਕ ਜੁਰਮ ਹੈ। ਜੇ ਆਪਾਂ IPC ਦੇਖੀਏ, ਇੰਡੀਅਨ ਪੀਨਲ ਕੋਡ ਦੇਖੀਏ, ਇੰਡੀਅਨ ਪੀਨਲ ਕੋਡ ਦੇ ਵਿੱਚ ਉਹ ਕਹਿੰਦੇ ਜੀ ਇੱਕ ਬੰਦੇ ਨੂੰ ਕਤਲ ਕਰਤਾ ਜੀ, ਬੰਦੇ ਨੂੰ ਕਤਲ ਕਰਨ ਤੋਂ ਬਾਅਦ ਉਹਦੀ ਡੈੱਡ ਬੋਡੀ ਦਾ ਸੰਸਕਾਰ ਕਰਤਾ। ਕਤਲ ਕਰਨ ਦਾ ਮਤਲਬ 302 ਦੇ ਨਾਲ ਲੱਗਦੀ ਹੈ 201 ਕਿ ਇਹਨਾਂ ਨੇ ਬੰਦਿਆਂ ਨੇ ਸਬੂਤ ਖਤਮ ਕਰਤੇ। ਤਾਂ ਸਬੂਤ ਖਤਮ ਕਰਤੇ 201 ਦੀ ਜਦ ਚਾਹੁੰਦੇ। ਇਹਦੇ ਤੇ ਦੂਜੀ ਵੀ ਜਿਹੜੀ ਹੈਗੀ ਹੈ, ਰਾਹੁਲ ਗਾਂਧੀ ਨੇ ਤੇ ਕਿੰਤੂ ਪਰੰਤੂ ਕੀਤੀ ਜੀ। ਰਾਹੁਲ ਗਾਂਧੀ ਕਹਿੰਦਾ ਵੀ ਇਹ ਜਿਹੜਾ ਹੈਗਾ ਸ਼ਹੀਦਾਂ ਦਾ ਅਪਮਾਨ ਹੈ। ਤੇ ਨਾਲ ਅਗਲੀ ਗੱਲ ਉਹ ਕਹਿੰਦਾ ਵੀ ਇਹ ਸ਼ਹੀਦਾਂ ਦਾ ਅਪਮਾਨ ਉਹੀ ਲੋਕ ਕਰਦੇ ਆ ਜੀ ਜਿਨ੍ਹਾਂ ਨੂੰ ਸ਼ਹਾਦਤ ਦੀ ਅਹਿਮੀਅਤ ਦਾ ਨਹੀਂ ਪਤਾ, ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ। ਹਾਂਜੀ, ਹੁਣ ਆਪਾਂ ਨੂੰ ਪਤਾ ਕਿ RSS ਵਾਲਿਆਂ ਨੇ ਕਿਹੜੀ ਕੁਰਬਾਨੀ ਕੀਤੀ। ਉਹੀ ਤਾਂ ਫਿਰ ਆਪਦੀਆਂ ਗੱਲਾਂ, ਪਾਰਟੀ ਦਾ RSS ਦੀ ਮਾਂ ਹੈ। ਜਿਨ੍ਹਾਂ ਲੋਕਾਂ ਨੇ RSS ਭਾਰਤੀ ਜਨਤਾ ਪਾਰਟੀ ਦੀ ਮਾਂ ਹੈ, ਭਾਜਪਾ ਉਹਦੀ ਜਿਹੜੀ ਧੀ ਹੈ।
ਧੀ ਜਿਹੜੀ ਹੈਗੀ ਧੀ ਹੁਣ ਘੱਟੋ ਘੱਟ ਵੀ ਜਿਹੜੀ ਸਾਡੀ ਮਾਂ ਦੇ ਉੱਤੇ ਕਲੰਕ ਲੱਗਦਾ ਕਿ ਇਹਨੇ ਕੁਰਬਾਨੀ ਕੋਈ ਨਹੀਂ ਕੀਤੀ ਤੇ ਵਾਕਿਆ ਨੇ ਕੀਤੀ, ਉਹਨੂੰ ਧੋਣ ਵਾਸਤੇ ਇਸ ਪਾਸੇ ਵੀ ਕਰ, ਚਲੋ ਮੰਨ ਲਓ ਆਪਾਂ ਇਹ ਵੀ ਨਾ ਕੀਤਾ ਵੀ ਮੋਦੀ ਸਾਹਿਬ ਚਾਹੁੰਦੇ ਆ ਜੀ ਹਾਂ ਠੀਕ ਹੈ ਕਰਕੇ ਲੋਕ ਕਹਿਣ ਵੀ ਹਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਸੀ, ਉਹਨੇ ਆਹ ਕੁਛ ਕਰਤਾ ਜੀ ਜੀ ਜੀ। ਲੋਕਾਂ ਨੇ ਲਾਈਟਾਂ ਥੋੜ੍ਹੀਆਂ ਦੇਖਣੀਆਂ ਉੱਥੇ ਕੋਈ ਉਹ ਜਿਹੜੇ ਹੈਗੇ ਆ ਤੁਹਾਡਾ ਕੀ ਕਹਿੰਦੇ ਉਹਨੇ ਉੱਥੇ entertainment ਥੋੜ੍ਹਾ ਤਾੜੀਆਂ ਮਾਰਨ ਥੋੜ੍ਹਾ ਜਿਹੇ ਵੈਲੈਂਟਾਈਨ ਡੇ ਥੋੜ੍ਹਾ ਮਨਾਉਣੇ। ਬਿਲਕੁਲ ਉਹ ਤਾਂ ਇੱਕ ਉਹੀ ਜਿਹੀ ਚੀਜ਼ ਆ। ਹੁਣ ਜੇ ਆਪਾਂ ਦੇਖੀਏ ਚਮਕੌਰ ਸਾਹਿਬ ਦੇ ਵਿੱਚ ਕਿੱਡੀ ਅਸਾਮੀ ਜੰਗ ਹੋਈ ਹੈ। ਚਮਕੌਰ ਸਾਹਿਬ ਸਾਨੂੰ ਆਪਣਾ ਵੀ ਦੇਖਣਾ ਚਾਹੀਦਾ ਹੈ। ਆ ਗੁਰਦੁਆਰਾ ਲਿਖਣ ਸਰ ਸਾਹਿਬ ਜਿਹੜਾ ਬਣਾਇਆ ਵਾ ਦਮਦਮਾ ਸਾਹਿਬ, ਜਿਹੜੀ ਅਸਲ ਪੁਰਾਣਾ ਬੁਰਜ ਸੀ ਉਹ ਖਤਮ ਕਰਤਾ। ਉਹਦੀ ਥਾਂ ਦੇ ਉੱਤੇ ਕੀ ਆ ਗਿਆ, ਚਮਕੌਰ ਦੀ ਗੜੀ ਦੇ ਵਿੱਚੋਂ ਜਿਹੜੀ ਉਹ ਗੜੀ ਸੀ ਉਹ ਗੜੀ ਨੂੰ ਖਤਮ ਕਰਕੇ ਉੱਥੇ ਸੰਗਮਰਮਰ ਦੇ ਮਹਿਲ ਉਸਾਰਤੇ। ਪਰ ਉਹ ਜਿਹੜੀ ਸਾਨੂੰ ਉੱਥੋਂ ਪ੍ਰੇਰਨਾ ਮਿਲਦੀ ਸੀ, ਉਤਸ਼ਾਹ ਮਿਲਦਾ ਸੀ, ਉਹ ਤਾਂ ਖਤਮ ਕਰ। ਇਹੀ ਚੀਜ਼ ਜਿਹੜਾ ਇੱਥੇ ਖਤਮ ਹੋਇਆ ਵਾ ਜੀ। ਵੈਸੇ ਢਿੱਲੋਂ ਸਾਹਿਬ ਵਾਕਿਆ ਜਿਵੇਂ ਕਹਿੰਦੇ ਸੀ ਨਾ ਅਸੀਂ ਆ ਤੁਹਾਡਾ ਨਵਾਂ ਉਹ ਲਿਆਵਾਂਗੇ, ਝੰਡਾ ਨਵਾਂ ਲਿਆਵਾਂਗੇ, ਨਵਾਂ ਕੌਨਸਟੀਟਿਊਸ਼ਨ ਲਿਆਵਾਂਗੇ, ਗੱਲ ਤਾਂ ਫਿਰ ਉਹ ਇਹਨਾਂ ਦਾ ਕਿਹੜਾ ਸੀ ਸਾਵਰਕਰ ਹਾਂ, ਉਹ ਜਿਵੇਂ ਕਹਿੰਦਾ ਵੀ ਚਿੱਠੀ ਮੈਂ ਤੁਹਾਡੀ ਮਦਦ ਕਰੂੰਗਾ। ਮੈਨੂੰ ਲੱਗਦਾ ਫਿਰ ਅੰਗਰੇਜ਼ਾਂ ਦੀ ਅੰਦਰ ਖਾਤੇ ਹੁਣ ਮਦਦ ਕਰਤੀ ਵੀ ਤੁਹਾਡੇ ਜਿਹੜੇ ਆ ਜ਼ੁਲਮੋ ਸਿਤਮ ਦੇ ਸਬੂਤ ਅਸੀਂ ਮਿਟਾਤੇ। 10-20 ਸਾਲਾਂ ਨੂੰ ਲੋਕ ਭੁੱਲ ਜਾਣਗੇ, ਭੁੱਲ ਹੀ ਜਾਂਦੇ ਜੀ। ਹੁਣ ਗੱਲ ਤਾਂ ਜਦੋਂ ਕਿਤਾਬਾਂ 'ਚ ਆਪਾਂ ਬੱਚਿਆਂ ਨੂੰ ਪੜ੍ਹਾਉਣੇ ਜੀ, ਉੱਥੇ ਆ ਫਿਰ ਹੌਲੀ ਹੌਲੀ ਸਬਜੈਕਟ ਉਹਦੇ ਉਹ ਚੱਕ ਦੇਣਗੇ। ਭੀੜੀ ਗਲੀ ਹੈ ਤੇ ਭੀੜੀ ਗਲੀ ਉੱਥੇ ਜਾ ਕੇ ਬੱਚਾ ਦੇਖੂਗਾ ਉਹ ਕਿੱਥੇ ਹੈ ਵੀ ਇਹ ਤਾਂ ਹੈ ਨਹੀਂ, ਇਹ ਤਾਂ ਸਾਨੂੰ ਗਲਤ ਪੜ੍ਹਾਈ ਜਾਂਦੇ। ਉਹਦਾ ਇਤਿਹਾਸ ਆਪਣੇ ਆਪ ਹੀ ਝੂਠਾ ਹੋ ਗਿਆ। ਬਿਲਕੁਲ ਜੀ ਬਿਲਕੁਲ। ਸੋ ਧੰਨਵਾਦ ਜੀ ਢਿੱਲੋਂ ਸਾਹਿਬ ਤੁਹਾਡਾ। ਤੇ ਖਾਸ ਕਰਕੇ ਜੀ ਜਿਹੜੇ ਵੀਰ ਬਾਹਰ ਕਿਤੋਂ ਵੀ ਤੁਸੀਂ ਅਮਰੀਕਾ ਪੁੱਜ ਗਏ ਹੋ ਅਤੇ ਤੁਹਾਨੂੰ ਉੱਥੇ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਚਾਹੀਦੀ ਹੈ ਤਾਂ ਗੁਰਸ਼ਰਨ ਸਿੰਘ ਸਿੱਖ ਹੋਰਾਂ ਨਾਲ 5102009988 'ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਇੰਡੀਅਨ ਪਾਸਪੋਰਟ ਅਤੇ ਸਾਰੀਆਂ ਜਿਹੜੀਆਂ ਕਾਨੂੰਨੀ ਦਾਅ ਪੇਚ ਨੇ ਉਹ ਤੁਹਾਨੂੰ ਦੱਸਣਗੇ। 510 2000 9988 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅਮਰੀਕਾ ਦੇ ਵਿੱਚ ਜੀ ਸਕੂਲ ਬੱਸ ਡਰਾਈਵਰਸ ਦੀ ਬੜੀ ਜਿਹੜੀ ਹੈ ਸ਼ਾਰਟੇਜ ਹੈ, ਅਤੇ ਇਸ ਦੇ ਲਈ ਜਿਹੜਾ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਜਿਹੜਾ ਇਹ ਤੁਹਾਨੂੰ ਆਲ ਵੀਕਡੇਜ਼ ਜਿਹੜਾ ਹੈਗਾ ਤੁਹਾਨੂੰ ਟ੍ਰੇਨਿੰਗ ਦਿੰਦਾ। ਅਤੇ ਜੇਕਰ ਤੁਹਾਨੂੰ ਟਿਊਸ਼ਨ ਫੀਸ ਦੀ ਵੀ ਕੋਈ ਮਦਦ ਚਾਹੀਦੀ ਹੈ ਤਾਂ ਤੁਹਾਨੂੰ ਫਾਈਨੈਂਸ ਵੀ ਕਰਵਾ ਕੇ ਦਿੰਦੇ ਨੇ। ਸਨੀ ਨਾਲ ਗੱਲ ਕਰ ਲਓ ਜੀ 5406560985। ਇਹ ਜੇਕਰ ਤੁਸੀਂ ਦੂਰ ਦਰਾਡੇ ਹੋਣੇ ਤੁਹਾਨੂੰ ਸਟੇ ਫਰੀ ਦਿੰਦੇ ਨੇ, ਕਹਿਣ ਤੋਂ ਭਾਵ ਰਿਹਾਇਸ਼ ਫਰੀ ਦਿੰਦੇ ਨੇ, ਰਹਿਣ ਦੀ ਜਗ੍ਹਾ ਫਰੀ ਦਿੰਦੇ ਨੇ, ਅਤੇ ਨੇੜੇ ਤੇੜੇ ਤੋਂ ਤੁਹਾਨੂੰ ਪਿਕ ਐਂਡ ਡਰੋਪ ਵੀ ਦਿੰਦੇ ਨੇ। ਇਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ ਜੀ। ਤੁਹਾਨੂੰ ਇਹ ਫਰੈਂਚ, ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਅਰੈਬਿਕ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਤੁਹਾਡੀ ਮਦਦ ਕਰਦੇ ਨੇ ਡਰਾਈਵਿੰਗ ਸਿੱਖਣ ਦੇ ਵਿੱਚ। ਫਿਲਹਾਲ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।